ਜਬਰੀ ਇਹਨਾਂ ਨੂੰ ਸੈਕਸ ਟ੍ਰੇਡ ਵੱਲ ਧੱਕਿਆ ਜਾਂਦਾ ਸੀ ਕਿ ਜੇ ਰਾਤ ਵਿੱਚ 2 ਤੋਂ 3 ਜਣੇ ਭੁਗਤਾਓਗੇ। ਮੈਂ ਰਿਸਰਚ ਸਿਰਫ ਦਾ ਜ਼ਿਕਰ ਕਰ ਰਹੀ ਹਾਂ ਕਿ ਅਸਲੀਅਤ ਆਪਾਂ ਅੰਦਰੋਂ ਦੇਖੀਏ ਆਪਾਂ ਕਿਸ ਤਰ੍ਹਾਂ ਦੇ ਸਾਡੇ ਕਿਰਦਾਰ ਨੇ ਕਿ ਜੇ 3 ਗਾਹਕ ਭੁਗਤਾਓਗੀਆਂ ਤਾਂ ਰੋਟੀ ਮਿਲੇਗੀ। ਬਹੁਤ ਸਾਰੇ ਬਾਬਿਆਂ ਨੂੰ ਵੀ ਵਰਤਿਆ ਗਿਆ ਜੋ ਕਿ ਧਾਰਮਿਕ ਰੰਗਤ ਦੇ ਕੇ ਪਹਿਲਾਂ ਬੀਬੀਆਂ ਨੂੰ ਆਪਣੇ ਵੱਲ ਨੂੰ ਖਿੱਚਣਾ ਤੇ ਫਿਰ ਉਹਦੇ ਵਿੱਚੋਂ ਨਾਬਾਲਗ ਬੇਟੀਆਂ ਜਾਂ ਜਵਾਨ ਬੇਟੀਆਂ ਜਿਨ੍ਹਾਂ ਦੇ ਰੱਤੀ ਮਾਸਾ ਖੂਬਸੂਰਤ ਹੋਣ ਉਹਨਾਂ ਨੂੰ ਆਈਸੋਲੇਟ ਕਰ ਲੈਣਾ ਕਿ ਇਹ ਚੀਜ਼ਾਂ ਨੇ ਜਿਹੜਾ ਨੂੰ ਫੜਨਾ ਜੇ। ਚੀਜ਼ਾਂ ਵਰਤ ਰਹੀਆਂ ਮੈਂ ਸ਼ਬਦ ਕਿਉਂਕਿ ਚੀਜ਼ ਤੋਂ ਵੱਧ ਇੱਜ਼ਤ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ। ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਜੇ, ਫਿਰ ਸਰੀਰਕ ਸੰਬੰਧ ਜਬਰੀ ਬਣਾਏ ਜਾਂਦੇ ਨੇ ਤੋਂ ਇਹ ਸ਼ੇਖ ਖਰੀਦਦੇ ਨੇ। ਇੰਟਰਨੈਸ਼ਨਲ ਮਾਰਕੀਟ ਵਿੱਚ ਇਹਨਾਂ ਦੀ 15 ਤੋਂ 60 ਲੱਖ ਦੀ ਜੋ ਰੇਟ ਇਸ ਵੇਲੇ ਦੱਸਿਆ ਗਿਆ ਇੱਕ ਬੇਟੀ ਜੋ ਵਿਕਦੀ ਹੈ। ਡਿਸਕੋ ਬਾਰਸ, ਮਾਲਿਸ਼ ਦੇ ਅੱਡੇ, ਪਾਰਲਰਸ ਵੱਡੇ ਹੋਟਲਾਂ ਵਿੱਚ ਆਮ ਹੀ ਵਿਕ ਰਹੀਆਂ ਨੇ ਤੇ ਇਹ ਬਹੁਤ ਮਹਿੰਗੇ ਭਾਅ ਜਾ ਰਹੀਆਂ ਨੇ। ਚਾਈਲਡ ਸੈਕਸ ਟੂਰਿਜ਼ਮ ਇਸ ਵੇਲੇ ਵੱਡੀ ਪੱਧਰ ਤੇ ਸਟਾਰਟ ਹੋ ਚੁੱਕਿਆ। ਇਹਨਾਂ ਨੂੰ ਖਰੀਦਣ ਵਾਲੇ ਕੌਣ ਨੇ? ਇਨਸਾਨ ਹੀ ਨੇ। ਕਿਸ ਤਰੀਕੇ ਦੇ ਹੈਵਾਨ ਅਸੀਂ ਪੈਦਾ ਕੀਤੇ ਨੇ, ਕਿਵੇਂ ਨੇਕਡ ਪਰੇਡ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਨਹੀਂ ਇਸ ਚੀਜ਼ ਲਈ ਤਿਆਰ ਹੁੰਦੀਆਂ, ਕਿਵੇਂ ਪੁੱਠੀਆਂ ਲਟਕਾ ਕੇ ਵੀ ਉਹਨਾਂ ਦੇ ਤਸ਼ੱਦਦ ਢਾਇਆ ਜਾਂਦਾ। ਮੈਨੂੰ ਨਹੀਂ ਲੱਗਦਾ ਹਿਟਲਰ ਨੇ ਵੀ ਕਦੇ ਇੰਨਾ ਜ਼ੁਲਮ ਕੀਤਾ ਹੋਣਾ ਜਿੰਨਾ ਜ਼ੁਲਮ ਅਸੀਂ ਅੱਜ ਸੋ ਕਾਲਡ ਮਾਡਰਨਿਜ਼ਮ ਦੇ ਥੱਲੇ ਅਸੀਂ ਬਗਿਆੜ ਇਸ ਵੇਲੇ ਪੈਦਾ ਕਰ ਰਹੇ ਹਾਂ ਜੋ ਇਸ ਕਿਸਮ ਦਾ ਤਸ਼ੱਦਦ ਨਿੱਕੀਆਂ ਬੇਟੀਆਂ ਦੇ ਉੱਤੇ ਢਾ ਰਹੇ ਨੇ। ਕੁਝ ਅਜਿਹੀਆਂ ਵੀ ਨੇ ਜਿਹੜੀਆਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਖੁਦਕੁਸ਼ੀ ਕਰ ਲਈਏ, ਇਸ ਨਰਕ ਤੋਂ ਬਚ ਸਕੀਏ। ਕਿ ਜਦੋਂ ਕਹੀਦਾ ਵੀ ਭਾਈ 11 ਬੱਚੇ ਅੱਜ ਦੇ ਦਿਨ ਕੌਣ ਕਰਦਾ ਤਾਂ ਉਹ ਕਹਿੰਦੇ ਨੇ ਕਿ ਸਾਡੇ ਲਈ ਇਹ ਕਮਾਈ ਦੇ ਕਰਨ ਵਾਲੇ ਹੱਥ ਨੇ, ਨਿੱਕੇ ਹੁੰਦੇ ਹੀ ਲਾ ਦਿਆਂਗੇ ਤਾਂ ਸਾਡਾ ਸਗੋਂ ਸੁਖਾਲਾ ਹੋ ਜਾਏਗਾ। ਇਹ ਸੋਚ ਮਾਪਿਆਂ ਦੀ ਉਸ ਥਾਂ ਤੇ। ਪੌਰਨ ਫਿਲਮਾਂ ਵਿੱਚ ਜੋ ਹੁਣ ਤੱਕ ਉਹਨਾਂ ਨੇ ਕਿਹਾ 18 ਲੱਖ ਬੱਚੇ ਆਲਰੇਡੀ ਵਰਕਿੰਗ ਨੇ। ਮੰਗਣ ਵਾਲਿਆਂ ਨੂੰ ਕਿਸੇ ਵੀ ਹਾਲ ਵਿੱਚ ਬਿਲਕੁਲ ਡਾਲਰ ਤੱਕ ਵੀ ਨਹੀਂ ਦੇਣਾ ਕਿਉਂਕਿ ਇਹ ਸੰਸਥਾ ਵੱਧਦੀ ਜਾ ਰਹੀ ਹੈ ਸਿਰਫ ਇਸ ਗੱਲੋਂ ਕਿ ਸਾਨੂੰ ਪੈਸੇ ਮਿਲ ਰਹੇ। ਯਾਨੀ ਹੱਦ ਹੀ ਹੋ ਗਈ ਸਾਡੀ ਮਾਨਸਿਕਤਾ ਦੀ, ਜਿੱਥੇ ਕਿਸੇ ਵੀ ਲੈਵਲ ਦਾ ਕੋਈ ਬੰਦਾ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਦੁੱਧ ਦਾ ਤੋਤਾ, ਭਾਵੇਂ ਉਹ ਮੰਤਰੀ ਹੈ ਜਾਂ ਮੰਤਰੀ ਦਾ ਬਾਹਰਲੇ ਮੁਲਕ ਤੋਂ ਆਇਆ ਕੋਈ ਸਫੀਰ ਵੀ ਹੈ। ਸ਼ੁਕਰ ਹੈ ਜਿਹੜੀਆਂ ਕੁੱਖ ਵਿੱਚ ਮਰ ਜਾਂਦੀਆਂ ਨੇ ਨਰਕ ਨਹੀਂ ਭੋਗਦੀਆਂ। ਪਤਾ ਨਹੀਂ ਕਿਉਂ ਅਸੀਂ ਇਹੋ ਜਿਹਾ ਸਮਾਜ ਬਣਾ ਦਿੱਤਾ ਜਿੱਥੇ ਬੇਟੀ ਜੰਮਣ ਤੇ ਮਾਪੇ ਤਰਹਿੰਦੇ ਨੇ ਤੇ ਜੇ ਗਰੀਬ ਦੀ ਬੇਟੀ ਹੈ ਤੇ ਜੋ ਅਸੀਂ ਹਾਲ ਕਰਦੇ ਹਾਂ ਇਨਸਾਨ ਤਾਂ ਇਹੋ ਜਿਹਾ ਨਹੀਂ ਕੋਈ ਕਰ ਸਕਦਾ। ਹਾਜ਼ਰੀ ਜੀ, ਇੱਕ ਵਾਰ ਫਿਰ ਤੋਂ ਮੈਂ ਗੁਰਪ੍ਰੀਤ ਸੰਧਾਵਾਲੀਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੋਇਆ ਇੱਕ ਬੜਾ ਸੰਜੀਦਾ ਮੁੱਦਾ ਲੈ ਕੇ। ਕਿਉਂਕਿ ਉਹ ਟੌਪਿਕ ਹੋ ਸਕਦਾ ਕਿ ਇੱਧਰ ਉੱਧਰ ਧੁਖਦਾ ਹੋਵੇ, ਪਰ ਕਈ ਵਾਰ ਆਪਾਂ ਉਸ ਟੌਪਿਕ ਦੇ ਵਿੱਚ ਬਹੁਤ ਅੰਦਰ ਨਹੀਂ ਜਾਂਦੇ। ਪਰ ਉਹ ਮੁੱਦਾ ਹੈ ਕਿ ਟੌਪਿਕ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਮੇਰੇ ਨਾਲ ਨੇ ਇਸ ਵਕਤ ਡਾਕਟਰ ਹਰਸ਼ਿੰਦਰ ਕੌਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸੁਣਨ ਵਾਲੇ ਸਾਰਿਆਂ ਨੂੰ ਨਿੱਘੀ ਫਤਿਹ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜਿਸ ਤਰ੍ਹਾਂ ਦੀਆਂ ਗੱਲਾਂ ਜਾਂ ਜਿਸ ਤਰ੍ਹਾਂ ਦੀਆਂ ਸਟੱਡੀਜ਼ ਬਾਰੇ ਤੁਸੀਂ ਜਾਣਕਾਰੀ ਦਿੰਦੇ ਹੋ ਜੀ, ਬੜੀ ਇੰਟਰਸਟਿੰਗ ਹੁੰਦੀ ਆ ਅਤੇ ਸੁਣਨ ਵੇਖਣ ਵਾਲੇ ਬਹੁਤ ਪਸੰਦ ਕਰਦੇ ਨੇ। ਅਤੇ ਮੈਂ ਚਾਹੁੰਦਾ ਕਿ ਆਪਾਂ ਅੱਜ ਦਾ ਜਿਹੜਾ ਮੁੱਦਾ ਹੈ ਉਹਦੇ ਬਾਰੇ ਮੈਂ ਨਾ ਬੋਲਾਂ ਅਤੇ ਤੁਸੀਂ ਆਪ ਹੀ ਦੱਸੋ ਤਾਂ ਜ਼ਿਆਦਾ ਵਧੀਆ ਜੀ। ਜੀ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਸਮਾਂ ਦਿੰਦੇ ਹੋ ਅਤੇ ਫਿਰ ਧੰਨਵਾਦ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੂੰ ਇਹ ਗੱਲਾਂ ਕੁਛ ਪਸੰਦ ਵੀ ਆਉਂਦੀਆਂ ਨੇ ਅਤੇ ਬੜੇ ਜ਼ੋਰ ਸ਼ੋਰ ਨਾਲ ਹੰਭਲਾ ਵੀ ਮਾਰਦੇ ਨੇ ਕਿ ਇਹੋ ਜਿਹੇ ਕੁਰੀਤੀਆਂ ਦੇ ਵਿਰੁੱਧ ਉਹ ਆਵਾਜ਼ ਚੁੱਕਣ। ਅੱਜ ਦੀ ਜਿਹੜੀ ਜ਼ਿਕਰ ਕਰਨਾ ਚਾਹੁੰਦੇ ਹਾਂ ਮਾਈਨਰ ਗਰਲਸ ਦੀ ਟ੍ਰੈਫਿਕਿੰਗ, ਉਹਦੇ ਵਿੱਚ ਹੀ ਮਾਈਨਰ ਬॉयਜ਼ ਵੀ ਨੇ।
ਜ਼ਿਕਰ ਇਸ ਕਰਕੇ ਹੋਇਆ ਕਿ ਰੀਸੈਂਟਲੀ ਹਫ਼ਤਾ ਕੁ ਪਹਿਲਾਂ ਇਹ ਖਬਰ ਛਪੀ ਕਿ ਇਸ ਧੰਦੇ ਵਿੱਚ, ਖਿਮਾ ਕਰਿਓ ਸ਼ਬਦ ਹੀ ਇਹੋ ਜਿਹਾ, ਪਰ ਹੈ ਹੀ ਇਹ ਟ੍ਰੈਫਿਕਿੰਗ ਫਲੈਸ਼ ਟ੍ਰੇਡ ਹੈ ਤੇ ਉਹਨੂੰ ਧੰਦਾ ਹੀ ਕਿਹਾ ਜਾ ਸਕਦਾ ਹੈ, ਕਿ ਇੱਕ ਇਲਾਕੇ 'ਚੋਂ 40,000 ਅਮਰੀਕਨ ਡਾਲਰ ਆਮਦਨ ਹੋ ਰਹੀ ਹੈ। ਸੋ ਇਸ ਗੱਲ ਨੇ ਚੌਂਕਾ ਦਿੱਤਾ ਸਾਰਿਆਂ ਨੂੰ, ਜਿਸ ਨਾਲ ਫਿਰ ਪੁਰਾਣੀ ਜੋ ਕੁਝ ਸਨ ਖੋਜਾਂ ਉਹ ਸਾਹਮਣੇ ਉੱਭਰ ਕੇ ਆਈਆਂ। ਇੱਥੋਂ ਤੱਕ ਕਿ ਜ਼ਿੰਬਾਬਵੇ ਵਿੱਚ ਜੋ ਯੂਨੀਸੈਫ ਦੀ ਰਿਪੋਰਟ ਮੈਂ ਲੈ ਕੇ ਬੈਠੀ ਹਾਂ, ਉਸ 'ਚ ਲਿਖਿਆ ਕਿ 45.7% ਬੱਚੇ ਜੋ ਚੁੱਕੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਅੱਗੋਂ ਮੰਗਣ ਦੇ ਵਪਾਰ ਵਿੱਚ ਧੱਕੇ ਜਾ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਬਹੁਤ ਸਟਰੋਂਗਲੀ ਇਸ ਚੀਜ਼ ਨੂੰ ਆਬਜੈਕਟ ਕੀਤਾ ਕਿ ਦੁਨੀਆ ਭਰ ਵਿੱਚ ਜਿਹੜੇ ਵੀ ਮੰਗ ਰਹੇ ਨੇ ਉਹਨਾਂ ਨੂੰ ਸਖਤੀ ਨਾਲ ਰੋਕਿਆ ਜਾਵੇ, ਕਿਉਂਕਿ ਇਹੀ ਤਰੀਕਾ, ਜੇ ਤੁਸੀਂ ਦੇਣਾ ਬੰਦ ਕਰੋਗੇ ਤਾਂ ਹੀ ਇਹ ਬੱਚੇ ਚੁੱਕੇ ਜਾਣ ਤੋਂ ਬਚਣਗੇ, ਵਰਨਾ ਇਹ ਵਪਾਰ ਦਿਨੋਂ ਦਿਨ, ਦਿਨ ਰਾਤ ਚੌਗਣੀ, ਯਾਨੀ ਦਿਨ ਰਾਤ ਇਹ ਵਧੀ ਤੁਰੀ ਜਾਣਾ, ਅਨਲੈਸ ਕਿ ਤੁਸੀਂ ਇਹਨਾਂ ਨੂੰ ਦੇਣਾ ਬੰਦ ਕਰੋ। ਸੋ ਇਹ ਆਵਾਜ਼ ਚੁੱਕੀ ਗਈ ਹੈ ਕਿ ਉਹਨਾਂ ਨੂੰ ਖਾਣ ਲਈ ਦੇ ਦਿਓ ਜੇ ਦੇਣਾ, ਪਰ ਨਹੀਂ। ਮਮਤਾ ਪਟੇਲ ਦੀ, ਜਿਸ ਨੇ ਕਿ ਫਲੈਸ਼ ਟ੍ਰੇਡ ਦੇ ਵਿੱਚ ਬੈਠ ਕੇ ਮਾਈਨਰ ਗਰਲਸ ਨੂੰ, ਜਿਹਨੇ ਹਸਪੀਟਲਸ ਵੀ ਇਲਾਜ ਲਈ ਲੈ ਕੇ ਗਈ ਹੈ, ਤੇ ਜਿਹੜੇ ਉਹਨੇ ਤੱਥ ਉਜਾਗਰ ਕੀਤੇ ਨੇ, ਪਹਿਲਾਂ ਉਹਨਾਂ ਤੋਂ ਸਾਹਮਣਾ ਕਰਦੇ ਹਾਂ। ਉਹਦੇ ਅਨੁਸਾਰ ਇਲਾਕਿਆਂ ਵਿੱਚ ਹਜ਼ਾਰਾਂ, ਮਤਲਬ 100 ਸੈਂਕੜਿਆਂ 'ਚ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੈਫਿਕਿੰਗ ਹੋ ਰਹੀ ਹੈ, ਤੇ ਜ਼ਿਆਦਾਤਰ ਨਾਬਾਲਗ ਬੇਟੀਆਂ ਨੇ, ਜਿਨ੍ਹਾਂ ਵਿੱਚ 15% ਮੁੰਡੇ ਵੀ ਨੇ ਸ਼ਾਮਲ। ਹੁਣ ਇਹ ਜੋ ਉਸਨੇ ਸਟੱਡੀ ਕੀਤੀ ਸਿਰਫ 59 ਕੇਸਿਸ ਦੇ ਉੱਤੇ ਕੀਤੀ ਸੀ, ਜਦੋਂ ਜਿਹੜੀ ਇਨੀਸ਼ੀਅਲ ਆਈ, ਉਸ ਤੋਂ ਬਾਅਦ ਹੋਰ ਵੀ ਬਹੁਤ ਖੋਜਾਂ ਹੋ ਚੁੱਕੀਆਂ ਨੇ, ਤੇ ਕੁੜੀਆਂ ਦੀ ਉਮਰ ਦੱਸਦੇ ਆ 1 ਸਾਲ ਤੋਂ 8 ਸਾਲ ਦੀ ਉਮਰ। ਇਹ ਬੇਟੀਆਂ ਸਨ ਜਿਸ ਨੂੰ ਉਹਨਾਂ ਨੇ ਸਟੱਡੀ ਵਿੱਚ ਸ਼ਾਮਲ ਕੀਤਾ, ਜਿਨ੍ਹਾਂ ਦੀਆਂ ਤਸਵੀਰਾਂ ਨੇ, ਜਿਨ੍ਹਾਂ ਦੀਆਂ ਬਿਮਾਰੀਆਂ ਹੋ ਚੁੱਕੀਆਂ ਵੀ ਸ਼ਾਮਲ ਨੇ, ਹਸਪੀਟਲਸ ਵਿੱਚ ਵੀ ਗਏ। ਇੱਕ ਬੱਚੇ ਸਾਰੇ ਦੇ ਸਾਰੇ ਜੋ ਉਹਨੇ ਇਨਕਲੂਡ ਕੀਤੇ ਸੀ ਸਟੱਡੀ ਵਿੱਚ, ਉਹ ਮੰਦਸੌਰ ਜ਼ਿਲ੍ਹੇ ਦੇ ਸਨ, ਮੱਧ ਪ੍ਰਦੇਸ਼ ਦੇ ਵਿੱਚੋਂ, ਭਾਰਤ ਦੇ। ਇਹਨਾਂ ਕੇਸਿਸ ਦੇ ਵਿੱਚ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਇਹ ਸਾਰੀਆਂ, ਖਿਆਲ ਕਰਿਓ 1 ਸਾਲ ਦੀ ਬੱਚੀ ਵੀ ਉਹਦੇ ਵਿੱਚ ਸ਼ਾਮਲ ਸੀ, ਇਹਨਾਂ ਨੂੰ ਸਟੀਰੋਇਡਸ ਦਿੱਤੇ ਜਾ ਰਹੇ ਸਨ ਭਾਰੀ ਮਾਤਰਾ ਦੇ ਵਿੱਚ, ਤੇ ਨਾਲ ਜਿਹੜੀਆਂ 5 ਸਾਲ ਦੀ ਉਮਰ ਦੀਆਂ ਬੇਟੀਆਂ ਤੋਂ ਉੱਪਰ ਉਮਰ ਦੀਆਂ ਸਨ, 5 ਤੋਂ 8 ਸਾਲ ਦੀਆਂ ਵਾਲੀਆਂ ਨੂੰ ਈਸਟ੍ਰੋਜਨ ਵੀ ਦਿੱਤੇ ਜਾ ਰਹੇ ਸਨ, ਤਾਂ ਕਿ ਉਹ ਵਕਤ ਤੋਂ ਪਹਿਲਾਂ ਜਵਾਨ ਦਿਸਣ। ਤੇ ਇਹ ਜੋ ਬੇਟੀਆਂ ਫੜੀਆਂ ਗਈਆਂ ਉਹਨਾਂ 'ਚ ਵੱਡੀ ਗਿਣਤੀ ਸੀ ਬੰਜਾਰਾ ਟਰਾਈਬ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਕੁਝ ਮੇਵਾੜ ਦੀਆਂ ਕੁੜੀਆਂ ਸੀ ਇਹਨਾਂ 'ਚ ਵੱਡੀ ਗਿਣਤੀ ਸ਼ਾਮਲ, ਜਿਨ੍ਹਾਂ ਨੂੰ ਪਹਿਲਾਂ ਬੌਂਡਡ ਲੇਬਰ ਵਿੱਚ ਰੱਖਿਆ ਜਾਂਦਾ ਸੀ, ਫਿਰ ਉਹਨਾਂ ਤੋਂ ਬਿਕੋਜ਼ ਐਜੂਕੇਸ਼ਨ ਉੱਥੇ ਹੈ ਹੀ ਨਹੀਂ, ਸੋ ਉਹਨਾਂ ਨੂੰ ਦਿੱਤੇ ਹੀ ਪੈਸੇ ਬਿਲਕੁਲ ਨਹੀਂ ਸੀ ਦਿੱਤੇ ਜਾਂਦੇ। ਮਜਬੂਰੀ ਇਲੀਗਲ ਵਰਕ ਕਰਾਉਣ ਤੋਂ ਬਾਅਦ ਜਬਰੀ ਇਹਨਾਂ ਨੂੰ ਸੈਕਸ ਟ੍ਰੇਡ ਵੱਲ ਧੱਕਿਆ ਜਾਂਦਾ ਸੀ ਕਿ ਜੇ ਰਾਤ ਵਿੱਚ 2 ਤੋਂ 3 ਜਣੇ ਭੁਗਤਾਓਗੇ। ਇਹ ਮੈਂ ਰਿਸਰਚ ਸਿਰਫ ਦਾ ਜ਼ਿਕਰ ਕਰ ਰਹੀ ਹਾਂ ਕਿ ਅਸਲੀਅਤ ਆਪਾਂ ਅੰਦਰੋਂ ਦੇਖੀਏ, ਆਪਾਂ ਕਿਸ ਤਰ੍ਹਾਂ ਦੇ ਸਾਡੇ ਕਿਰਦਾਰ ਨੇ, ਕਿ ਜੇ 3 ਗਾਹਕ ਭੁਗਤਾਓਗੀਆਂ ਤਾਂ ਰੋਟੀ ਮਿਲੇਗੀ। ਇਹ ਉਹਨਾਂ ਬੇਟੀਆਂ ਦੀ ਰਿਸਰਚ ਦੇ ਵਿੱਚ ਪਬਲਿਸ਼ ਹੋਈ ਚੀਜ਼ ਹੈ ਕਿ ਰੱਜ ਕੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਸੀ, ਯਾਨੀ ਫਿਜ਼ੀਕਲ ਅਬਿਊਜ਼ ਦਾ। ਸਰੀਰ ਉੱਤੇ ਇੰਚ ਵੀ ਅਜਿਹੀ ਥਾਂ ਨਹੀਂ ਸੀ ਜਿੱਥੇ ਜ਼ਖਮ ਨਾ ਹੋਣ। ਸੈਕਸੁਅਲੀ ਟਰਾਂਸਮਿਟਡ ਡਿਜ਼ੀਜ਼ਿਸ ਨਾਲ ਸਿਵਾਏ 8 ਕੁੜੀਆਂ ਦੇ 59 ਦੇ ਵਿੱਚੋਂ 8 ਕੁੜੀਆਂ ਤੋਂ ਇਲਾਵਾ 51 ਦੀਆਂ 51 ਨੂੰ ਸੈਕਸੁਅਲੀ ਟਰਾਂਸਮਿਟਡ ਡਿਜ਼ੀਜ਼ਿਸ ਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਉਹਨੂੰ ਅੰਸ਼ ਲੱਭਿਆ। ਹੁਣ ਇਸ ਤੋਂ ਅਗਲੀ ਸਟੱਡੀ ਜੋ ਹੋਈ, ਜ਼ਰਾ ਮੈਂ ਉਹਦੇ 'ਚ ਸਿਰਫ ਗਿਣੇ ਚੁਣੇ ਜਿਹੀ ਨਾਂ ਲਵਾਂਗੀ, ਅੰਦਾਜ਼ਾ ਲਾ ਲਓਗੇ ਕਿ ਕਿਹੜੇ ਇਲਾਕੇ 'ਚੋਂ ਚੁੱਕੀਆਂ ਕੁੜੀਆਂ ਮਿਲੀਆਂ। ਡਿੰਡੀਗਲ, ਮਦੁਰਾਈ, ਤ੍ਰਿਚਿਰਾਪੱਲੀ, ਤਾਮਿਲਨਾਡੂ ਸਾਰੇ 'ਚੋਂ, ਗਿਆ, ਕ੍ਰਿਸ਼ਨਗੰਜ, ਰਤਨਾ, ਪਟਨਾ, ਕਾਟੀਕਰ, ਮਧੂਬਨੀ, ਅਲਵਰ, ਧੌਲਪੁਰ, ਰਾਏਚੁਰ, ਯਾਨੀ ਇਹ ਮੈਂ ਸਿਰਫ ਥੋੜ੍ਹੇ ਜਿਹੇ ਨਾਂ ਹੀ ਲਏ ਹੈ। ਕਹਿਣ ਦਾ ਭਾਵ ਇਹ ਸਮੇਤ ਤਰਨਤਾਰਨ ਪੰਜਾਬ ਤੋਂ ਲੈ ਕੇ ਇਹ ਸਾਰੇ ਹਿੰਦੁਸਤਾਨ ਵਿੱਚ ਇਹ ਕੰਮ ਜਾਰੀ ਸੀ। ਉਸ ਤੋਂ ਬਾਅਦ ਅਫਗਾਨਿਸਤਾਨ ਦੇ ਮੇਰੇ ਕੋਲ ਫਿਗਰਸ ਨੇ, ਈਵਨ ਇੰਗਲੈਂਡ ਦੇ ਫਿਗਰਸ ਨੇ ਸਾਡੇ ਕੋਲ, ਜਿੱਥੇ ਵੀਅਤਨਾਮ, ਅਲਬੇਨੀਆ, ਰੋਮਾਨੀਆ ਤੋਂ ਬੱਚੇ ਤਸਕਰੀ ਰਾਹੀਂ ਉੱਥੇ ਪਹੁੰਚਾਏ ਜਾ ਰਹੇ ਨੇ। ਹੁਣ ਇਹ ਜਾ ਕਿੱਥੇ ਰਹੇ ਸਨ? ਇਹ ਤਾਂ ਸਿਰਫ ਛੋਟੀ ਜਿਹੀ ਸਟੱਡੀ ਜੇ, ਗਿਣਤੀ ਜੇ ਮੈਂ ਤੁਹਾਨੂੰ ਦੱਸਾਂਗੀ ਕਿ ਐਗਜ਼ੈਕਟ ਜਿਹੜੇ ਰੋਜ਼ਾਨਾ ਜੋ ਕਿ ਹੋ ਰਹੇ ਨੇ, ਯੂਨਾਈਟਿਡ ਨੇਸ਼ਨਸ ਅਨੁਸਾਰ 1.2 ਮਿਲੀਅਨ ਬੱਚੇ ਨੇ ਜੋ ਹਰ ਸਾਲ ਜਿਨ੍ਹਾਂ ਦੀ ਤਸਕਰੀ ਕੀਤੀ ਜਾਂਦੀ ਹੈ, ਤੇ ਉਹਦੇ ਮੁਤਾਬਕ ਸਭ ਤੋਂ ਵੱਧ ਭਾਰਤ 'ਚੋਂ ਲਿਜਾਏ ਜਾ ਰਹੇ ਨੇ, ਤੇ ਉੱਥੇ 40,000
ਬੱਚੇ ਅਗਵਾ ਹਰ ਸਾਲ ਹੁੰਦੇ ਨੇ, ਜਿਨ੍ਹਾਂ ਵਿੱਚੋਂ 11,000 ਦਾ ਕਦੇ ਵੀ ਪਤਾ ਨਹੀਂ ਲੱਗਦਾ ਉਹ ਗਏ ਕਿੱਥੇ, ਮਾਰ ਮੁੱਕ ਗਏ ਤੇ ਉਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਜੇ, ਜਿਹਦੇ ਚੋਂ ਜਿਸ ਅਨੁਸਾਰ ਹਰ 8 ਮਿੰਟ 'ਚ ਇੱਕ ਬੱਚਾ ਅਗਵਾ ਹੋ ਰਿਹਾ ਜੇ। ਹੁਣ ਇਹਦਾ ਖਿਆਲ ਕਰਿਓ, ਜਿਹੜੇ ਮਰ ਮੁੱਕ ਗਏ ਦਾ ਮਤਲਬ ਮੈਂ ਸਮਝਾ ਦਿਆਂ ਕਿ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਹੜੇ ਫੌਜ ਵਿੱਚ ਵੀ ਲੈ ਲਏ ਜਾਂਦੇ ਨੇ। ਉਹਨਾਂ ਦਾ ਕੰਮ ਇਹ ਹੁੰਦਾ ਕਿ ਹਿਊਮਨ ਬੌਂਬ ਬਣਾ ਕੇ ਦੂਜੇ ਮੁਲਕ ਵਿੱਚ ਭੇਜ ਦਿੱਤੇ ਜਾਣ ਤੇ ਉੱਡ ਜਾਣ, ਖਤਮ ਹੋ ਜਾਣ। ਜਾਂ ਬਹੁਤ ਮਹੱਤਵਪੂਰਨ ਜਾਣਕਾਰੀ, ਮੈਂ ਯੂਨੀਸੈਫ ਦੀਆਂ ਰਿਪੋਰਟਸ ਦੱਸ ਰਹੀ ਹਾਂ, ਤੁਸੀਂ ਪੜ੍ਹ ਵੀ ਸਕਦੇ ਹੋ। ਮਹੱਤਵਪੂਰਨ ਜਾਣਕਾਰੀ ਜੇ ਪਹੁੰਚਾ ਦਿੱਤੀ ਜਾਏ ਤਾਂ ਟਾਈਮਰ ਫਿੱਟ ਹੁੰਦਾ ਕਿ ਉਹ ਜਦੋਂ ਜਾਣਕਾਰੀ ਪਹੁੰਚ ਗਈ, ਜੇ ਰਾਹ ਵਿੱਚ ਫੜਿਆ ਜਾਵੇ, ਉਹ ਬਿਲਕੁਲ ਕਿਸੇ ਵੀ ਹਾਲ ਵਿੱਚ ਕਿਸੇ ਨੂੰ ਕੁਝ ਦੱਸਣ ਯੋਗ ਨਾ ਹੋਵੇ ਤੇ ਉਹ ਟਾਈਮਰ ਦੇ ਨਾਲ ਫਿਰ ਵੀ ਫਟ ਜਾਏ, ਜੋ ਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਮਰ ਜਾਣਾ। ਯਾਨੀ ਉਹ ਇੱਕ ਸਿਰਫ ਟਰਾਂਸਪੋਰਟੇਸ਼ਨ ਮੀਡੀਅਮ ਬਣਾ ਦਿੱਤਾ ਗਿਆ। ਸੋ ਇਸ ਕਰਕੇ ਵੱਡੀ ਪੱਧਰ ਇਸ ਵੇਲੇ ਫੌਜੀ ਇਹਨਾਂ ਨੂੰ ਵਰਤ ਰਹੇ ਨੇ, ਜੋ ਕਿ ਸਾਡੇ ਕੋਲ ਅੰਕੜੇ ਮੌਜੂਦ ਨੇ। ਤੇ ਇਹ ਹਾਲਾਂਕਿ ਸਭ ਤੋਂ ਪਹਿਲਾ ਜੋ ਕੇਸ ਸਾਡੇ ਕੋਲ ਰਿਪੋਰਟਡ ਹੈ 17ਵੀਂ ਸਦੀ 'ਚ ਸੀ ਬੱਚਿਆਂ ਦੀ ਤਸਕਰੀ ਦਾ, ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਟ੍ਰਿਲੀਅਨਸ ਤੱਕ ਪਹੁੰਚ ਰਿਹਾ। ਜੋ 2021 ਜਨਵਰੀ ਦੀ ਸਾਡੇ ਕੋਲ ਰਿਪੋਰਟ ਹੈ, ਤੇ ਇਹ ਜਿਸ ਥਾਂ ਤੇ ਵੱਡੀ ਪੱਧਰ ਤੇ ਇਹ ਮਦੁਰਾਈ ਤੋਂ ਜਾਂ ਇਹ ਬੰਜਾਰਾ ਗਰੁੱਪ ਚੋਂ ਗਏ ਸਨ, ਇਹ ਥਾਈਲੈਂਡ ਪਹੁੰਚਾਏ ਗਏ, ਕੀਨੀਆ ਪਹੁੰਚਾਏ ਗਏ, ਸਾਊਥ ਅਫਰੀਕਾ, ਬਹਿਰੇਨ, ਦੁਬਈ, ਓਮਾਨ, ਬ੍ਰਿਟੇਨ, ਸਾਊਥ ਕੋਰੀਆ, ਫਿਲੀਪੀਨਸ, ਕੈਨੇਡਾ ਤੇ ਅਮਰੀਕਾ। ਜ਼ਰਾ ਅੰਦਾਜ਼ਾ ਲਾ ਲਿਓ ਕਿ ਉਹਨਾਂ ਥਾਵਾਂ ਤੇ ਜ਼ਰੂਰੀ ਨਹੀਂ ਕਿ ਸੈਕਸ ਟ੍ਰੇਡ ਵਿੱਚ ਹੀ ਧੱਕੇ ਜਾਣ। ਕੈਨੇਡਾ, ਅਮਰੀਕਾ ਵਿੱਚ ਘਰਾਂ ਵਿੱਚ ਕੰਮ ਕਰਨ ਲਈ, ਹੋਟਲਾਂ ਵਿੱਚ ਕੰਮ ਕਰਨ ਲਈ, ਜਾਂ ਹੋਰਨਾਂ ਥਾਵਾਂ ਤੇ ਮਸਾਜ ਪਾਰਲਰਸ ਵਗੈਰਾ ਲਈ ਇਹ ਬੱਚੇ ਲਗਾਤਾਰ ਵਰਤੇ ਜਾ ਰਹੇ ਨੇ। ਖਿਮਾ ਕਰਿਓ, ਮੈਂ ਵਰਤੇ ਦੀ ਗੱਲ ਕੀਤੀ ਹੈ, ਜਿਸ 'ਚ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਵੀ ਛਪੀ ਹੋਈ ਹੈ ਕਿ ਆਂਧਰ ਪ੍ਰਦੇਸ਼ ਵਿੱਚ ਜਿਹੜੀਆਂ 11,625 ਨਾਬਾਲਗ ਕੁੜੀਆਂ ਚੁੱਕੀਆਂ ਗਈਆਂ ਜੋ ਸਨ 2014 ਵਿੱਚ ਸਨ, ਉਹਨਾਂ ਵਿੱਚੋਂ 6,915 ਨਾਬਾਲਗ ਮੁੰਡੇ ਸਨ, ਜਿਨ੍ਹਾਂ ਵਿੱਚੋਂ 3500 ਮੇਲ ਸੈਕਸ ਟ੍ਰੇਡ ਦੇ ਵਿੱਚ ਧੱਕੇ ਗਏ ਤੇ ਫਿਰ ਲੱਭੇ ਵੀ ਗਏ, ਯਾਨੀ ਇਹ ਫੜੇ ਵੀ ਜਾ ਚੁੱਕੇ। ਇਹਨਾਂ ਵਿੱਚੋਂ ਬਹੁਤ ਸਾਰੇ ਉਹ ਸਨ ਜਿਹੜੇ ਹੁਣ ਏਡਜ਼ ਦੇ ਸ਼ਿਕਾਰ ਵੀ ਨੇ ਤੇ ਜਿਹੜੇ ਕਈ ਮਰ ਮੁੱਕ ਵੀ ਗਏ ਨੇ, ਯਾਨੀ ਇੰਨੀ ਐਡਵਾਂਸਡ ਇਹਨਾਂ 'ਚ ਡਿਜ਼ੀਜ਼ ਹੋਈ। ਹੁਣ ਜੋ 61% ਇਹਦੇ ਵਿੱਚ ਜੋ ਚੁੱਕੀਆਂ ਜਾਂਦੀਆਂ ਨੇ, ਇੰਨੀ ਵੱਡੀ ਗਿਣਤੀ ਜੋ ਮਿਲੀਅਨਸ ਵਿੱਚ ਨੇ ਬੱਚੇ ਚੁੱਕੇ ਜਾਂਦੇ, 61% 61% ਨਾਬਾਲਗ ਬੱਚੀਆਂ ਹੁੰਦੀਆਂ ਨੇ। ਹੁਣ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਨੂੰ ਲੋੜੋਂ ਵੱਧ ਜਦੋਂ ਸਟੀਰੋਇਡਸ ਜਾਂ ਈਸਟ੍ਰੋਜਨ ਦਿੰਦੇ ਨੇ, ਇਹਨਾਂ ਵਿੱਚੋਂ ਜੋ ਕੇਸਿਸ ਪਹੁੰਚ ਰਹੇ ਨੇ, ਜਦੋਂ ਨਕਾਰਾ ਕਰਕੇ ਸੁੱਟ ਦਿੱਤੀਆਂ ਜਾਂਦੀਆਂ ਨੇ, ਤੁਸੀਂ ਸਮਝ ਸਕਦੇ ਇੱਕ 8 ਸਾਲ ਦੀ ਬੱਚੀ ਦਾ ਜੇ ਉਹਨੂੰ ਰਾਤ 'ਚ ਹੀ 4 ਭੁਗਤਾਣੇ ਪੈਂਦੇ ਹੋਣ ਗਾਹਕ, ਤਾਂ ਕੀ ਹਾਲ ਵਿੱਚ ਹੋਏਗਾ ਤੇ ਕਿਸ ਤਰੀਕੇ ਮਾਨਸਿਕ ਰੋਗੀ ਹੋ ਜਾਂਦੀਆਂ ਨੇ, ਕਿਵੇਂ ਉਹ ਬਿਮਾਰੀਆਂ ਸਹੇੜਦੀਆਂ ਨੇ। ਬਹੁਤ ਸਾਰੀਆਂ ਨੇ ਜਿਹੜੀਆਂ ਸੜਕਾਂ 'ਤੇ ਸੁੱਟੀਆਂ ਲੱਭੀਆਂ ਗਈਆਂ, ਇਹਨਾਂ 'ਚੋਂ ਹੀ ਨੇ ਕੁਝ ਜਿਹੜੀਆਂ ਫਿਰ ਜਦੋਂ ਕਿਸੇ ਕੰਮ ਜੋਗੀਆਂ ਉਹਨਾਂ ਲਈ ਨਹੀਂ ਰਹਿੰਦੀਆਂ, ਯਾਨੀ ਬੱਚੇ ਜੰਮਣ ਯੋਗ ਵੀ ਨਹੀਂ ਰਹਿੰਦੀਆਂ, ਤਾਂ ਬੰਧੂਆ ਮਜ਼ਦੂਰ ਦੇ ਵਜੋਂ ਇਹ ਵਰਤੀਆਂ ਜਾਂਦੀਆਂ ਨੇ ਕਿ ਜਦੋਂ ਤੱਕ ਹੋ ਸਵਾਸ ਹਨ ਕੰਮ ਕਰੋ ਤੇ ਰੋਟੀ ਮਿਲੇਗੀ। ਤੇ ਇਹਨਾਂ ਦੀਆਂ ਸਟੇਟਮੈਂਟਸ ਨੇ ਜੋ ਰਿਕਾਰਡ ਕੀਤੀਆਂ ਗਈਆਂ ਸੀ ਮਮਤਾ ਜੀ ਵੱਲੋਂ ਕਿ ਸਿਰਫ ਇੱਕ ਵੇਲੇ ਰੋਟੀ ਇਹਨਾਂ ਨੂੰ ਦਿੱਤੀ ਜਾਂਦੀ ਹੈ। ਸੀਵੀਅਰ ਮੈਲ ਨਿਊਟ੍ਰੀਸ਼ਨ, ਕਈਆਂ ਦੀਆਂ ਨਜ਼ਰ ਚਲੀ ਜਾ ਚੁੱਕੀ ਹੋਈ ਹੈ, ਕਈਆਂ ਨੂੰ ਯਾਨੀ ਇੰਨਾ ਡਰ ਤੇ ਭੈ ਨਾਲ, ਅਸੀਮ ਡਰ ਨਾਲ ਉਹਨਾਂ ਨੂੰ ਮਾਨਸਿਕ ਰੋਗੀ ਜੋ ਬਣ ਚੁੱਕੀਆਂ ਹੋਈਆਂ ਨੇ। ਸੋ ਇਹ ਸਾਰਾ ਕੁਛ ਜੋ ਗਿਰੋਹ ਚੱਲਦਾ ਜੇ ਇਹਨਾਂ ਨੂੰ ਚੁੱਕਣ ਲਈ, ਉਹ ਢੰਗ ਤਰੀਕੇ ਵੀ ਇਹਨਾਂ ਦੇ ਕਮਾਲ ਦੇ ਨੇ। ਪਹਿਲਾਂ ਇਹ ਸਾਂਝ ਗੰਢਦੇ ਨੇ ਕੁਛ ਇਸ ਤਰ੍ਹਾਂ ਦੇ NGOs ਦੇ ਸ਼ਕਲ ਵਿੱਚ, ਜੋ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਪਿੰਡਾਂ ਵਿੱਚ ਕਿ ਅਸੀਂ ਮਨੀ ਡਿਸਟਰੀਬਿਊਟ ਕਰਨਾ ਆ, ਪੈਸੇ ਜਾਂ ਤੋਂ ਇਲਾਵਾ ਅਸੀਂ ਦਵਾਈਆਂ ਦੇਵਾਂਗੇ, ਜਾਂ ਅਸੀਂ ਕੱਪੜੇ ਦੇਵਾਂਗੇ, ਜਾਂ ਅਸੀਂ ਤੁਹਾਡਾ ਵੈਲਫੇਅਰ ਪ੍ਰੋਜੈਕਟਸ ਇੱਥੇ ਲਾਗੂ ਕਰਾਂਗੇ। ਇਸ ਤਰੀਕੇ ਦੀ ਸ਼ਕਲ ਵਿੱਚ NGOs ਜਾਂਦੇ ਨੇ, ਜਿਹੜੇ ਮਾਰਕ ਕਰ ਆਉਂਦੇ ਨੇ ਕਿ ਇਹਨਾਂ ਘਰਾਂ ਵਿੱਚ ਜਾਂ ਇਸ ਇਲਾਕੇ ਵਿੱਚ ਗਰੀਬ ਬੱਚੀਆਂ ਹਨ, ਇਹ ਪੱਠੇ 'ਤੇ ਕੰਮ ਕਰ ਰਹੀਆਂ ਨੇ ਜਾਂ ਇੱਥੇ ਰਹਿੰਦੀਆਂ ਨੇ, ਉਹ ਮਾਰਕ ਕਰਕੇ ਆਉਂਦੇ ਨੇ। ਫਿਰ ਇੱਕ ਦੂਸਰਾ ਤਰੀਕਾ ਜਿਸ ਨੂੰ ਕਿ ਥੋੜ੍ਹਾ ਧਾਰਮਿਕ ਰੰਗਤ ਦਿੱਤੀ ਜਾਂਦੀ ਹੈ, ਖ਼ਾਸ ਤੌਰ 'ਤੇ ਪਛੜੇ ਇਲਾਕਿਆਂ ਵਿੱਚ, ਜਿੱਥੇ ਬਾਬਿਆਂ ਰਾਹੀਂ, ਮੈਂ ਤੀਸਰੀ ਵਾਰ ਦੁਹਰਾ ਰਹੀ ਹਾਂ, ਇੱਕ ਵੀ ਹਰਫ ਮੇਰਾ ਆਪਣਾ ਨਹੀਂ, ਮੈਂ ਸਿਰਫ ਰਿਸਰਚ ਤੇ ਸਾਰਾ ਕੁਝ ਲਈ ਬੈਠੀ ਹਾਂ। ਜਿਸ ਨੂੰ ਰੱਤੀ ਮਾਸਾ ਸ਼ੱਕ ਹੋਏ ਮੈਨੂੰ ਪੁੱਛ ਸਕਦਾ ਹੈ
ਇਹ ਸਟੱਡੀ ਕਿਹੜੀ ਥਾਂ ਤੇ, ਕਿਹੜੀ ਜਗ੍ਹਾ ਤੇ ਪਬਲਿਸ਼ਡ ਰਿਪੋਰਟ ਹੈ ਤੇ ਕਿਹੜੀ ਥਾਂ ਤੇ ਅਖਬਾਰ ਵਿੱਚ ਖਬਰ ਛਪੀ ਹੈ। ਸੋ ਇਹ ਜੋ ਢੰਗ ਤਰੀਕੇ ਲੱਭੇ ਗਏ, ਇਹਦੇ ਵਿੱਚ ਬਹੁਤ ਸਾਰੇ ਬਾਬਿਆਂ ਨੂੰ ਵੀ ਵਰਤਿਆ ਗਿਆ, ਜੋ ਕਿ ਧਾਰਮਿਕ ਰੰਗਤ ਦੇ ਕੇ ਪਹਿਲਾਂ ਬੀਬੀਆਂ ਨੂੰ ਆਪਣੇ ਵੱਲ ਨੂੰ ਖਿੱਚਣਾ ਤੇ ਫਿਰ ਉਹਦੇ ਵਿੱਚੋਂ ਨਾਬਾਲਗ ਬੇਟੀਆਂ ਜਾਂ ਜਵਾਨ ਬੇਟੀਆਂ ਜਿਨ੍ਹਾਂ ਦੇ ਰੱਤੀ ਮਾਸਾ ਖੂਬਸੂਰਤ ਹੋਣ ਉਹਨਾਂ ਨੂੰ ਆਈਸੋਲੇਟ ਕਰ ਲੈਣਾ ਕਿ ਇਹ ਚੀਜ਼ਾਂ ਨੇ ਜਿਹੜਾਂ ਨੂੰ ਫੜਨਾ ਜੇ। ਚੀਜ਼ਾਂ ਵਰਤ ਰਹੀਆਂ ਮੈਂ ਸ਼ਬਦ, ਕਿਉਂਕਿ ਚੀਜ਼ ਤੋਂ ਵੱਧ ਇੱਜ਼ਤ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ। ਜਿੱਥੇ ਪਹਿਲਾਂ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਜੇ, ਫਿਰ ਸਰੀਰਕ ਸੰਬੰਧ ਜਬਰੀ ਬਣਾਏ ਜਾਂਦੇ ਨੇ, ਫਿਰ ਇਸ ਤੋਂ ਬਾਅਦ ਜਿਵੇਂ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹਾਈ ਵੈਲਿਊ ਦੇ ਵਿੱਚ, ਜਿੱਥੇ ਤੁਸੀਂ ਹੈਰਾਨ ਹੋਵੋਗੇ, ਜੋ ਮੇਰੇ ਕੋਲ ਰਿਪੋਰਟ ਦੱਸਦੀ ਹੈ ਕਿ ਓਮਾਨ ਵਗੈਰਾ ਵਿੱਚ ਜਦੋਂ ਇਹ ਸ਼ੇਖ ਖਰੀਦਦੇ ਨੇ ਇੰਟਰਨੈਸ਼ਨਲ ਮਾਰਕੀਟ ਵਿੱਚ, ਇਹਨਾਂ ਦੀ 15 ਤੋਂ 60 ਲੱਖ ਦੀ ਜੋ ਰੇਟ ਇਸ ਵੇਲੇ ਦੱਸਿਆ ਗਿਆ ਇੱਕ ਬੇਟੀ ਜੋ ਵਿਕਦੀ ਹੈ, ਜੋ ਕਿ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਵੀ ਹੈ ਕਿ ਬਾਲ ਵੇਸਵਾਵਾਂ ਇਸ ਵੇਲੇ ਵੱਡੀ ਗਿਣਤੀ ਵਿੱਚ ਡਿਸਕੋ ਬਾਰਜ਼, ਮਾਲਿਸ਼ ਦੇ ਅੱਡੇ, ਪਾਰਲਰਸ, ਵੱਡੇ ਹੋਟਲਾਂ ਵਿੱਚ ਆਮ ਹੀ ਵਿਕ ਰਹੀਆਂ ਨੇ ਤੇ ਇਹ ਬਹੁਤ ਮਹਿੰਗੇ ਭਾਅ ਜਾ ਰਹੀਆਂ ਨੇ। ਇੱਥੋਂ ਤੱਕ ਕਿ ਉਹਨਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਇੱਕ ਚਾਈਲਡ ਸੈਕਸ ਟੂਰਿਜ਼ਮ ਇਸ ਵੇਲੇ ਵੱਡੀ ਪੱਧਰ 'ਤੇ ਸਟਾਰਟ ਹੋ ਚੁੱਕਿਆ, ਜਿਸ ਨਾਲ ਜੋ ਕੁਆਰੀਆਂ ਨਾਬਾਲਗ ਬੇਟੀਆਂ ਨੇ ਉਹਨਾਂ ਦੀ ਉਹਨਾਂ ਥਾਵਾਂ 'ਤੇ ਵਰਤੋਂ ਕੀਤੀ ਜਾਂਦੀ ਹੈ ਤੇ ਇੱਕ ਬੇਟੀ ਉੱਥੇ ਵੀ ਇਸੇ ਤਰ੍ਹਾਂ 50 ਤੋਂ 60 ਲੱਖ ਤੱਕ ਵਿਕਦੀ ਹੈ। ਇਹ ਟੂਰਿਜ਼ਮ ਦੇ ਵਿੱਚ ਜਦੋਂ ਪਹੁੰਚਦੇ ਨੇ, ਗਰੁੱਪਸ ਇਹਦੇ ਵਿੱਚ ਵਰਕ ਕਰਦੇ ਨੇ, ਜਿਹੜੇ ਏਜੰਟਸ ਦੇ ਰਾਹੀਂ ਇਹ ਸਾਰਾ ਚੱਕਰ ਵੀ ਉਤਰਦਾ ਤੇ ਕਿਵੇਂ ਇਹਨਾਂ ਨੂੰ ਟਰਾਂਸਪੋਰਟ ਕੀਤਾ ਜਾਂਦਾ ਹੈ ਵੱਡੇ ਵੱਡੇ ਟੈਂਕਰਾਂ ਵਿੱਚ, ਜਾਂ ਕਿਵੇਂ ਇਹਨਾਂ ਨੂੰ ਲੁਕਾ ਕੇ ਬਹੁਤ ਬਦਹਾਲੀ ਵਿੱਚ ਛੋਟੇ ਜਿਹੜੇ ਸਮਾਨ ਰੱਖਣ ਦੇ ਡੱਬਿਆਂ ਵਿੱਚ ਕਿਵੇਂ ਤੁੰਨ ਕੇ ਇੱਕ ਦੂਜੇ ਦੇ ਉੱਤੇ ਵਾੜ ਕੇ ਭੁੱਖੀਆਂ ਪਾਣੀਆਂ ਭੇਜੀਆਂ ਜਾਂਦੀਆਂ। ਰਿਪੋਰਟਸ ਪੜ੍ਹ ਕੇ ਦਿਲ ਕੰਬਦਾ ਕਿ ਅਸੀਂ ਹੋਈਆਂ ਨਾ ਜਿਨ੍ਹਾਂ ਨੂੰ ਭਾਜੀ ਤੁਸੀਂ ਵੀ ਦੇਖ ਰਹੇ ਹੋ ਕਿ ਆਫਟਰ ਆਲ ਇਹਨਾਂ ਨੂੰ ਖਰੀਦਣ ਵਾਲੇ ਕੌਣ ਨੇ? ਇਨਸਾਨ ਹੀ ਨੇ। ਕਿਸ ਤਰੀਕੇ ਦੇ ਹੈਵਾਨ ਅਸੀਂ ਪੈਦਾ ਕੀਤੇ ਨੇ, ਜਿਹੜੇ 5 ਸਾਲ 6 ਸਾਲ 7 ਸਾਲ ਤੇ ਦਿਲ ਕੰਬਦਾ ਜੇ ਜਦੋਂ ਪਤਾ ਲੱਗਿਆ ਸੀ ਕਿ ਕੀਨੀਆ ਵਿੱਚ ਲਿਜਾਣ ਤੋਂ ਪਹਿਲਾਂ ਸਿਲੈਕਸ਼ਨ ਕਮੇਟੀ ਜੋ ਬੈਠੀ, ਸ਼ਬਦ ਪੜ੍ਹ ਕੇ ਵੀ ਡਰ ਲੱਗਦਾ, ਕਿਵੇਂ ਨੇਕਡ ਪਰੇਡ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਨਹੀਂ ਇਸ ਚੀਜ਼ ਲਈ ਤਿਆਰ ਹੁੰਦੀਆਂ, ਕਿਵੇਂ ਪੁੱਠੀਆਂ ਲਟਕਾ ਕੇ ਵੀ ਉਹਨਾਂ ਦੇ ਤਸ਼ੱਦਦ ਢਾਇਆ ਜਾਂਦਾ ਹੈ। ਆਤੀ ਹੈ, ਮੈਨੂੰ ਨਹੀਂ ਲੱਗਦਾ ਹਿਟਲਰ ਨੇ ਵੀ ਕਦੇ ਇੰਨਾ ਜ਼ੁਲਮ ਕੀਤਾ ਹੋਣਾ ਜਿੰਨਾ ਜ਼ੁਲਮ ਅਸੀਂ ਅੱਜ ਸੋ ਕਾਲਡ ਮਾਡਰਨਿਜ਼ਮ ਦੇ ਥੱਲੇ ਅਸੀਂ ਬਗਿਆੜ ਇਸ ਵੇਲੇ ਪੈਦਾ ਕਰ ਰਹੇ ਹਾਂ, ਜੋ ਇਸ ਕਿਸਮ ਦਾ ਤਸ਼ੱਦਦ ਨਿੱਕੀਆਂ ਬੇਟੀਆਂ ਦੇ ਉੱਤੇ ਢਾ ਰਹੇ ਨੇ। ਹਾਲਾਂਕਿ ਮੈਂ ਉਮਰ ਭਰ ਅਜੇ ਤੱਕ ਦੀ ਜਿੰਨੀ ਵੀ ਹੈ ਕੋਸ਼ਿਸ਼ ਕੀਤੀ ਹੈ ਕਿ ਬੇਟੀਆਂ ਜੰਮੋ, ਨਾ ਮਾਰੋ ਕੁੱਖ ਵਿੱਚ। ਅੱਜ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਮੈਨੂੰ ਇਹ ਰਿਪੋਰਟ ਵੱਲ ਧਿਆਨ ਗਿਆ, ਸਾਰਾ ਕੁਝ ਜਦੋਂ ਮੈਂ ਫਰੋਲਿਆ, ਮੈਨੂੰ ਲੱਗਿਆ ਸ਼ੁਕਰ ਹੈ ਜਿਹੜੀਆਂ ਕੁੱਖ ਵਿੱਚ ਮਰ ਜਾਂਦੀਆਂ ਨੇ ਨਰਕ ਨਹੀਂ ਭੋਗਦੀਆਂ। ਪਤਾ ਨਹੀਂ ਕਿਉਂ ਅਸੀਂ ਇਹੋ ਜਿਹਾ ਸਮਾਜ ਬਣਾ ਦਿੱਤਾ ਜਿੱਥੇ ਬੇਟੀ ਜੰਮਣ ਤੇ ਮਾਪੇ ਤਰਹਿੰਦੇ ਨੇ, ਤੇ ਜੇ ਗਰੀਬ ਦੀ ਬੇਟੀ ਹੈ ਤੇ ਜੋ ਅਸੀਂ ਹਾਲ ਕਰਦੇ ਹਾਂ, ਇਨਸਾਨ ਤਾਂ ਇਹੋ ਜਿਹਾ ਨਹੀਂ ਕੋਈ ਕਰ ਸਕਦਾ। ਤੁਸੀਂ ਆਪ ਹੀ ਸਮਝਦਾਰ ਹੋ ਕਿ ਕਿਸੇ ਜਿਸ ਦੇ ਅੰਦਰ ਰੱਤੀ ਮਾਸਾ ਪੀੜ ਹੋਵੇ ਉਹ ਕਿਵੇਂ ਇੰਨੀ ਕਿਸੇ ਹੋਰ ਨੂੰ ਤਕਲੀਫ ਵਿੱਚ ਰੱਖ ਸਕਦਾ ਹੈ। ਦੇਖੋ, ਜਿਹੜੀ ਬੱਚੀਆਂ ਬਾਅਦ ਵਿੱਚ ਇਹਨਾਂ ਨੇ ਜੋ ਇੱਕ ਤਰੀਕੇ ਸੁੱਟੀਆਂ, ਉਹ ਜਿਸ ਇਲਾਕੇ ਵਿੱਚੋਂ ਉਹਨਾਂ 'ਤੇ ਸਟੱਡੀ ਇਹ ਵੀ ਨੈਕਸਟ ਜੋ ਹੋਈ ਮੇਰੇ ਕੋਲ ਉਹ ਵੀ ਰਿਪੋਰਟ ਪਈ ਜੇ ਕਿ ਕਿਵੇਂ ਉਸ ਤੋਂ ਬਾਅਦ ਦੀ ਹਾਲਤ ਵਿੱਚ ਜੋ ਪਹੁੰਚੀਆਂ ਨੇ ਉਹਨਾਂ ਦਾ ਜੇ ਕੋਈ ਵਿੱਚ ਬੋਲਣ ਯੋਗ ਰਹਿ ਗਈ ਹੈ, ਕਿਉਂਕਿ ਬਹੁਤ ਨੇ ਜਿਹੜੀਆਂ ਹੁਣ ਦੱਸਿਆ ਕਿ ਬੋਲ ਸਕਣ ਯੋਗ ਨਹੀਂ, ਕਿਸੇ ਨੂੰ ਦਿਸਦਾ ਨਹੀਂ, ਮਾਨਸਿਕ ਰੋਗੀ ਨੇ, ਪਰ ਜਿੰਨੀਆਂ ਕੁ ਵੀ ਕੁਝ ਬੋਲ ਸਕਦੀਆਂ ਨੇ, ਜਿਸ ਤਰੀਕੇ ਦੀ ਪੀੜ ਉਹ ਆਪਣੀ ਜਗਜ਼ਾਰ ਕਰ ਰਹੀਆਂ ਨੇ। ਰਿਕਾਰਡ ਕਰਨ ਵਾਲਾ ਜਿਸਨੇ ਇਹ ਲਿਖੀ ਸਟੱਡੀ, ਜੋ ਉਹਨਾਂ ਦੇ ਰਿਕਾਰਡ ਵਰਸ਼ਨਸ ਕਰ ਰਿਹਾ ਸੀ, ਉਹ ਕੈਮਰਾਮੈਨ ਵੀ ਬੜਾ ਕਮਾਲ ਦਾ ਵੀਰ ਸੀ, ਜਿਸਨੇ ਲਿਖਿਆ ਕਿ ਮੇਰੇ ਤੋਂ ਆਪ ਸੁਣਿਆ ਨਹੀਂ ਗਿਆ, ਮੈਨੂੰ ਜ਼ਾਰ ਰੋਣਾ ਪਿਆ, ਜਿਸ ਕਰਕੇ ਮੇਰੇ ਤੋਂ ਰਿਕਾਰਡਿੰਗ ਹੀ ਪੂਰੀ ਨਹੀਂ ਹੋ ਸਕੀ। ਇੰਨੀ ਦਰਦ ਉਹ ਭੋਗ ਰਹੀਆਂ ਸਨ, ਨਿੱਕੀਆਂ ਬਾਲੜੀਆਂ, ਜਿਹੜੀ ਸਾਡੇ ਤੋਂ ਸੁਣੀ ਵੀ ਨਹੀਂ ਜਾਂਦੀ। ਤਾਂ ਗੱਲ ਸਾਰੇ ਦਾ ਸਾਰਾ ਜੇ ਮੈਂ ਕੱਢਾਂ ਇਸ ਦੇ ਵਪਾਰ ਦੇ ਸਾਈਡ ਇਫੈਕਟਸ ਵਿੱਚ, ਜ਼ਰਾ ਧਿਆਨ ਕਰੋ ਕਿ ਜਿਹੜੇ ਇਹਨਾਂ ਨੂੰ ਵਰਤ ਰਹੇ ਨੇ ਉਹਨਾਂ ਵਿੱਚੋਂ ਅੱਗੋਂ
51%, 51%, ਯਾਨੀ ਰੱਬ ਕਿਸੇ ਨਾ ਕਿਸੇ ਤਰੀਕੇ ਕਹਿ ਲਓ ਕਿ ਦੂਰੀ ਮਾਰ ਹੀ ਦਿੰਦਾ ਹੈ। ਇਹਨਾਂ ਨੂੰ ਵਰਤਣ ਵਾਲਿਆਂ ਵਿੱਚੋਂ ਵੀ 51% ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੀ ਬਿਮਾਰੀ ਸਹੇੜ ਚੁੱਕੇ ਨੇ, ਜਿਨ੍ਹਾਂ ਵਿੱਚੋਂ ਬਹੁਤ ਨੇ ਜਿਹੜੇ ਕ੍ਰੋਨਿਕ ਡਿਜ਼ੀਜ਼ਸ ਵੱਲ ਨੂੰ ਵੀ ਜਾ ਰਹੇ ਨੇ, ਬਥੇਰੇ ਨੇ ਜਿਹੜੇ ਏਡਜ਼ ਦਾ ਸ਼ਿਕਾਰ ਹੋ ਚੁੱਕੇ ਨੇ। ਸੋ ਇਹ ਵੱਡੀ ਗਿਣਤੀ ਜੋ ਦੇਹ ਵਪਾਰ ਵਿੱਚੋਂ ਨਿਕਲਦਾ ਹੈ ਸਾਰਾ ਕੁਝ, ਉਹ ਸਾਡੇ ਸਾਹਮਣੇ, ਸਾਡੀ ਗੰਦਗੀ ਸਾਡੇ ਸਾਹਮਣੇ ਆ ਰਹੀ ਹੈ। ਪਰ ਜਿੱਥੋਂ ਤੱਕ 17 ਮੁਲਕਾਂ ਦੀ ਫੌਜ, ਇੱਕ ਦੋ ਨਹੀਂ, ਖਿਆਲ ਕਰਿਓ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ ਕਿ 17 ਮੁਲਕਾਂ ਦੀ ਫੌਜ ਇਸ ਵੇਲੇ ਨਿੱਕੇ ਨਿੱਕੇ ਮੁੰਡਿਆਂ ਨੂੰ ਤੇ ਕੁੜੀਆਂ ਨੂੰ, ਜਿਨ੍ਹਾਂ 'ਚ 61% ਕੁੜੀਆਂ ਨੇ ਤੇ ਬਾਕੀ ਮੁੰਡੇ, ਜਿਨ੍ਹਾਂ ਨੂੰ ਸਿਰਫ ਇਹ, ਜਿਵੇਂ ਮੈਂ ਅੱਗੇ ਵੀ ਦੱਸਿਆ ਸੀ, ਹਿਊਮਨ ਬੌਮਬਸ ਦੀ ਤਰ੍ਹਾਂ, ਜੋ ਕਿ ਜਾਣਕਾਰੀ ਉੱਥੋਂ ਲੈ ਕੇ ਆਉਣ ਲਈ ਕੈਮਰੇ ਫਿੱਟ ਕੀਤੇ ਹੁੰਦੇ ਨੇ ਉਹਨਾਂ ਦੇ ਸਰੀਰਾਂ ਅੰਦਰ, ਤੇ ਫਿਰ ਉਹ ਕੈਮਰੇ ਤੋਂ ਰਿਪੋਰਟ ਤਾਂ ਇਹਨਾਂ ਕੋਲ ਪਹੁੰਚ ਗਈ, ਪਰ ਵਾਪਸ ਆਉਣ ਲਈ ਕੁਝ ਵੀ ਢੰਗ ਤਰੀਕੇ ਨਹੀਂ ਰੱਖੇ ਹੁੰਦੇ, ਉੱਥੇ ਹੀ ਇਹਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਬੇਟੀਆਂ ਜੋ ਕਿ 13, 14 ਜਾਂ 15 ਸਾਲਾਂ ਦੀਆਂ, ਜਿਨ੍ਹਾਂ ਨੂੰ ਈਵਨ ਜਨਰਲਸ ਤੱਕ ਦੇ ਲੈਵਲ ਦੇ ਆਫਿਸਰਸ ਦੇ ਵਿੱਚ, ਫੌਜ ਦੇ ਤੱਕ ਪਹੁੰਚ ਕਰਵਾ ਦਿੱਤੀ ਜਾਂਦੀ ਹੈ, ਤੇ ਉਹ ਜਿਸ ਤਰੀਕੇ ਉੱਥੋਂ ਜਾਣਕਾਰੀ ਲੈ ਕੇ ਆਉਂਦੀਆਂ ਨੇ, ਇਹ ਤਾਂ ਖੈਰ ਅੱਜ ਦੀ ਨਹੀਂ, 17ਵੀਂ ਸਦੀ ਦਾ ਸਾਡੇ ਕੋਲ ਸਬੂਤ ਮੌਜੂਦ ਨੇ ਕਿ ਇਸ ਤਰ੍ਹਾਂ ਧੀਆਂ ਵਰਤੀਆਂ ਜਾਂਦੀਆਂ ਰਹੀਆਂ, ਪਰ ਇਹ ਅੱਜ ਵੀ ਜਾਰੀ ਹੈ। ਬੜੀ ਕਮਾਲ ਦੀ ਗੱਲ ਹੈ। ਫਿਰ ਇੱਕ ਹੋਰ ਪਾਸਾ ਜੇ ਜਿੱਥੇ ਇਹ ਬੇਟੀਆਂ ਯੂਜ਼ ਕੀਤੀਆਂ ਜਾ ਰਹੀਆਂ ਨੇ, ਉਹ ਜੇ ਨਸ਼ੇ ਦਾ ਵਪਾਰ, ਕਿਉਂਕਿ ਇਹਨਾਂ ਨੂੰ ਆਪ ਨਸ਼ਾ ਦਿੱਤਾ ਜਾਂਦਾ ਜੇ, ਫਿਰ ਉਸ ਨਸ਼ੇ ਦੇ ਅਧੀਨ ਜਿਸ ਤਰੀਕੇ ਇਹਨਾਂ ਨੂੰ ਤੋੜ ਲੱਗਦੀ ਹੈ, ਤਾਂ ਇਹ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਫਲਾਣੀ ਥਾਂ ਤੇ ਇਹ ਖੇਪ ਪਹੁੰਚਾ ਕੇ ਆਣੀ ਹੈ ਨਸ਼ੇ ਦੀ, ਫਿਰ ਹੀ ਤੁਹਾਨੂੰ ਅਗਲੀ ਡੋਜ਼ ਦਿੱਤੀ ਜਾਏਗੀ। ਬਹੁਤ ਸਾਰੀਆਂ ਬੇਟੀਆਂ ਨੇ, ਬਲਕਿ ਤੁਸੀਂ ਕਹਿ ਲਓ 93% ਨੇ, ਜਿਹੜੀਆਂ ਆਪ ਇਹੋ ਜਿਹੇ ਹਾਲਾਤ 'ਚੋਂ ਕਿ ਰਾਤ 'ਚ ਇੰਨੇ ਜ਼ਿਆਦਾ ਭੁਗਤਾਉਣੇ ਉਹਨਾਂ ਲਈ ਅਸੰਭਵ ਨੇ, ਜਾਂ ਸ਼ਰਾਬ ਜਾਂ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦੀਆਂ ਨੇ। ਕੁਝ ਅਜਿਹੀਆਂ ਵੀ ਨੇ ਜਿਹੜੀਆਂ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਖੁਦਕੁਸ਼ੀ ਕਰ ਲਈਏ, ਇਸ ਨਰਕ ਤੋਂ ਬਚ ਸਕੀਏ, ਪਰ ਬੜੇ ਸਖਤ ਨੇ ਸ਼ਿਕੰਜੇ ਜਿਨ੍ਹਾਂ ਵਿੱਚੋਂ ਉਹਨਾਂ ਲਈ ਨਿਕਲਣਾ ਨਾਮੁਮਕਿਨ ਹੋਇਆ। ਜਿੱਥੋਂ ਤੱਕ ਯੂਨੀਸੈਫ ਨੇ ਇਹ ਸਾਰਾ ਚੀਜ਼ ਚੱਕ ਕੇ ਜਦੋਂ ਲਿਆਏ, ਉਹਨਾਂ ਦੱਸਿਆ ਕਿ 2015 ਵਿੱਚ ਇਹ ਰਿਪੋਰਟ ਯੂਨੀਸੈਫ ਦੀ ਜੇ, ਕਿ 2015 ਵਿੱਚ 20% ਵਾਧਾ ਹੋਇਆ ਸੀ ਇਹਨਾਂ ਜਿਹੜੀ ਹਿਊਮਨ ਟ੍ਰੈਫਿਕਿੰਗ ਨਾਲ, ਜਿਹੜੀਆਂ ਨਾਬਾਲਗ ਬੇਟੀਆਂ ਦੀ, ਜਿਨ੍ਹਾਂ 'ਚ ਮੈਂ ਦੱਸਿਆ ਹੀ ਹੈ ਵੱਡੀ ਗਿਣਤੀ ਨਾਬਾਲਗ ਬੇਟੀਆਂ ਨੇ, ਉਹਨਾਂ ਵਿੱਚ 2015 ਤੋਂ 2020 ਦਸੰਬਰ ਦੇਖ ਲਓ 5 ਸਾਲ, ਤੇ ਇਨਕਰੀਜ਼ ਪਤਾ ਜੇ ਕਿੰਨਾ ਹੋਇਆ, 40%। ਅਸੀਂ ਇਹ ਆਪਣੇ ਵਾਧੇ ਦੀ ਗੱਲ ਕਰਦੇ ਹਾਂ, ਇੱਕ ਪਾਸੇ ਮਾਰਸ ਤੇ ਪਹੁੰਚ ਰਹੇ ਹਾਂ, ਚੰਨ ਤੇ ਪਹੁੰਚ ਰਹੇ ਹਾਂ, ਤੇ ਦੂਜੇ ਪਾਸੇ ਇਸ ਤਰੀਕੇ ਦੇ ਨਿਗਾਰ ਵਿੱਚ ਕਿੱਥੇ ਅਸੀਂ ਪਹੁੰਚੇ ਹਾਂ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਜੋ ਰੌਲਾ ਪਿਆ ਸੀ ਸਨ 1990 ਵਿੱਚ ਪਿਆ ਸੀ, ਜਿੱਥੇ ਗੈਪ ਤੇ ਨਾਈਕੋ, ਜੋ ਨਾਈਕੇ ਕੰਪਨੀਆਂ ਸਨ, ਜਿਨ੍ਹਾਂ ਨੇ ਤਸਕਰੀ ਅਧੀਨ ਇਹ ਬਾਲ ਮਜ਼ਦੂਰੀ ਸ਼ੁਰੂ ਕੀਤੀ ਸੀ, ਜਿੱਥੋਂ ਫਿਰ ਅਮਰੀਕਨਸ ਨੇ ਰੌਲਾ ਪਾਇਆ ਜਦੋਂ ਪਤਾ ਲੱਗਿਆ, ਤੇ ਉੱਥੋਂ ਫਿਰ ਇਹ ਇਮੀਡੀਏਟਲੀ ਸਟਾਪ ਕੀਤਾ ਗਿਆ। ਪਰ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੇ ਸਕੱਤਰ ਜਨਰਲ ਨੇ ਵੀ ਰਿਕੁਐਸਟ ਕੀਤੀ, ਤੇ ਵਾਰ-ਵਾਰ ਹਰ ਇੰਟਰਨੈਸ਼ਨਲ ਲੈਵਲ ਤੇ ਇਹ ਆਵਾਜ਼ ਚੁੱਕੀ ਜਾ ਰਹੀ ਹੈ ਕਿ ਦੋ ਚੀਜ਼ਾਂ ਤੇ ਜੋ ਅਸੀਂ ਰੋਲ ਅਦਾ ਕਰ ਸਕਦੇ ਹਾਂ ਇਸ ਸਾਰੇ ਕਾਰੋਬਾਰ 'ਚ ਠੱਲ ਪਾਉਣ ਲਈ, ਪਹਿਲਾ ਕਿ ਕਿਸੇ ਵੀ ਹਾਲ ਵਿੱਚ ਮੰਗਣ ਵਾਲਿਆਂ ਨੂੰ ਪੈਸੇ ਨਾ ਦਿੱਤੇ ਜਾਣ। ਕਿਸੇ ਵੀ ਹਾਲ ਵਿੱਚ ਤੁਸੀਂ ਖਾਣ ਨੂੰ ਦੇ ਸਕਦੇ ਹੋ, ਕੋਈ ਕੱਪੜਾ ਪੁਰਾਣਾ ਦੇ ਸਕਦੇ ਹੋ, ਪਰ ਪੈਸਾ ਧੇਲਾ ਬਿਲਕੁਲ ਕਿਸੇ ਹਾਲ ਵਿੱਚ ਨਹੀਂ ਦੇਣਾ। ਉਹਨਾਂ ਨੂੰ ਉੱਕਾ ਹੀ ਨਹੀਂ ਪਹੁੰਚਦਾ। ਉਹ ਗਿਰੋਹ ਜੇ ਮਿਸਾਲ ਵਜੋਂ ਮੈਂ ਪਟਿਆਲੇ ਦੀ ਗੱਲ ਹੀ ਕਰਾਂ ਕਿ ਜੇ ਇੱਕ ਚੌਂਕ ਦੇ ਵਿੱਚ ਇਹ ਖੜੇ ਕੀਤੇ ਜਾਂਦੇ ਨੇ ਤਾਂ ਉਹਨਾਂ ਦੇ ਗਰੁੱਪ ਦਾ ਜੋ ਸਰਗਨਾ ਹੈ ਉਹਨੇ ਅੱਗੋਂ ਇਹ ਚਾਰਜ ਦਿੱਤਾ ਹੋਇਆ, ਜੋ ਕਿ ਇੱਕ ਗਿਰੋਹ ਫੜਿਆ ਗਿਆ ਸੀ, ਉਹਦੀ ਖਬਰ ਦੇ ਆਧਾਰ ਤੇ ਹੀ ਦੱਸ ਰਹੀਆਂ ਜੋ ਛਪੀ ਸੀ, ਕਿ ਇਲਾਕੇ ਵੰਡ ਦਿੱਤੇ ਜਾਂਦੇ ਨੇ ਇਹਨਾਂ ਬੱਚਿਆਂ ਨੂੰ, ਤੇ ਫਿਰ ਇਲਾਕਿਆਂ ਦੇ ਵਿੱਚ ਹਰ 10 ਬੱਚਿਆਂ ਦੇ ਉੱਤੇ ਇੱਕ ਫਿਰ ਉਹਦੇ ਉੱਤੇ ਇੰਸਟਰਕਟਰ ਲੱਗਿਆ ਹੁੰਦਾ, ਜੋ ਇੰਸਪੈਕਟਰ ਦੀ ਤੌਰ ਤੇ ਉਹਨਾਂ ਨੂੰ ਦੇਖਦਾ। ਫਿਰ ਉਹਦੇ ਉੱਪਰ ਇੱਕ ਹੋਰ ਹੁੰਦਾ ਜਿਹੜਾ 50 ਬੱਚਿਆਂ ਦੇ ਜਿੰਨੇ ਅਲੱਗ-ਅਲੱਗ ਇੰਸਟਰਕਟਰਸ ਦੇ ਉੱਪਰ ਹੁੰਦਾ। ਉਸ ਤੋਂ ਉੱਪਰ ਫਿਰ ਤਾਰਾਂ ਜੁੜੀਆਂ ਜੋ ਲੱਭੀਆਂ ਗਈਆਂ, ਖਿਮਾ ਕਰਿਓ, ਬਹੁਤ ਹਾਈ ਲੈਵਲ ਚੇਅਰਸ ਤੱਕ ਸੂਬਿਆਂ ਦੇ ਵਿੱਚ ਹੀ ਜੋ ਬੈਠੇ ਨੇ
ਉਹਨਾਂ ਤੱਕ ਤਾਰਾਂ ਜੁੜੀਆਂ ਲੱਭੀਆਂ ਜਿਸ ਸਦਕਾ ਇਹ ਟ੍ਰੇਡ ਬੰਦ ਨਹੀਂ ਹੋ ਸਕ ਰਿਹਾ, ਕਿਉਂਕਿ ਪੇਮੈਂਟਸ ਬਹੁਤ ਉੱਪਰ ਤੱਕ ਪਹੁੰਚਦੀਆਂ ਨੇ। ਇੰਨਾ ਖਰਬਾਂ ਦਾ ਜੋ ਕਾਰੋਬਾਰ ਹੋਏਗਾ, ਸਮਝ ਹੀ ਸਕਦੇ ਹਾਂ ਕਿ ਰੋਕਣ ਦੇ ਵਿੱਚ ਜ਼ਾਹਿਰ ਹੈ ਕਿ ਕੋਈ ਨਾ ਕੋਈ ਪੁਲਿਸ ਆਫੀਸ਼ੀਅਲ ਹਾਈ ਇਨਵੋਲਵਡ ਹੋਏਗਾ, ਕੋਈ ਨਾ ਕੋਈ ਉਸਦੇ ਉੱਪਰਲੇ ਸਕੱਤਰ ਜਾਂ ਉਸ ਤੋਂ ਉੱਪਰ ਤੱਕ ਵੀ, ਜਿੱਥੇ ਮੰਤਰੀਆਂ ਤੱਕ ਤੇ ਉਂਗਲ ਚੁੱਕੀ ਗਈ ਪਰ ਸਿੱਧੀ ਸਪਸ਼ਟ ਤੌਰ ਤੇ ਨਾਂ ਨਹੀਂ ਲਿਆ ਗਿਆ। ਪਰ ਇਹ ਸਾਰੇ ਕਾਰੋਬਾਰ ਵਿੱਚ ਉੱਪਰ ਤੱਕ ਪਹੁੰਚ ਹੋਣ ਦਾ ਕਾਫੀ ਵਾਰ ਖਦਸ਼ਾ ਜ਼ਾਹਰ ਕੀਤਾ ਗਿਆ। ਜਿੱਥੋਂ ਤੱਕ ਮੱਛੀ ਵਪਾਰ ਦੀ ਗੱਲ ਕਰਨਾ ਚਾਹੁੰਦੀ ਹਾਂ, ਜਿਸ ਵਾਸਤੇ ਇੱਕ ਵੱਖ ਕਿਸਮ ਦੇ ਬੱਚੇ ਚੁੱਕੇ ਜਾਂਦੇ ਨੇ, ਖਾਸ ਤੌਰ ਤੇ ਮੁੰਡੇ, ਉਹ ਕਾਨਾਂ ਵਿੱਚ ਇਹਦੇ ਬਾਰੇ ਲੱਭਿਆ ਕਿ ਉਹ ਨੈੱਟ ਵਿੱਚੋਂ ਛੋਟੇ ਹੱਥ ਹੋਣ ਕਾਰਨ ਛੇਤੀ ਉਹ ਕੱਢ ਲੈਂਦੇ ਸਨ ਮੱਛੀਆਂ। ਸੋ ਉਸ ਮੱਛੀ ਵਪਾਰ ਵਿੱਚ ਸਿਰਫ ਹੀ ਬੱਚੇ ਜੋ ਇੱਧਰੋਂ ਚੁੱਕ ਕੇ ਲਿਆਏ ਜਾਂਦੇ ਸਨ, ਉਹ ਉਸ ਵਪਾਰ ਵਿੱਚ ਪਾਏ ਗਏ ਤੇ ਉਹਨਾਂ ਨੂੰ ਅਨੇਕ ਕਿਸਮ ਦੀਆਂ ਬਿਮਾਰੀਆਂ ਬਾਅਦ ਵਿੱਚ ਹੋਣ ਲੱਗੀਆਂ, ਸਕਿਨ ਡਿਜ਼ੀਜ਼ਸ ਤੋਂ ਲੈ ਕੇ ਭਿਆਨਕ ਬਿਮਾਰੀਆਂ ਜਿਨ੍ਹਾਂ 'ਚ ਉਹਨਾਂ ਦੀਆਂ ਲੱਤਾਂ ਖੜੀਆਂ, ਦੌਰੇ ਵੀ ਪਏ ਤੇ ਫਿਰ ਬਹੁਤ ਸਾਰੇ ਮਰ ਗਏ। ਤੇ ਮੈਂ ਬੜੇ ਦੁਖੀ ਹਿਰਦੇ ਨਾਲ ਦੱਸਣਾ ਚਾਹੁੰਦੀ ਹਾਂ ਕਿ ਉਹ ਲਾਸ਼ਾਂ ਕਈ ਵਾਰ ਦਫਨਾਈਆਂ ਵੀ ਨਹੀਂ ਸੀ ਜਾਂਦੀਆਂ, ਉਂਝ ਹੀ ਸਮੁੰਦਰ ਵਿੱਚ ਵਾਪਸ ਇਹਨਾਂ ਬੱਚਿਆਂ ਦੀਆਂ ਸੁੱਟ ਦਿੱਤੀਆਂ ਜਾਂਦੀਆਂ ਸਨ। ਇਹਨਾਂ ਸਾਰਾ ਜੋ ਭਿਆਨਕ ਮੈਂ ਤੁਹਾਨੂੰ ਦ੍ਰਿਸ਼ ਦਿਖਾ ਰਹੀ ਹਾਂ, ਇਹਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਇਹਨਾਂ ਦੇ ਕਿਸੇ ਹੀ ਤਰੀਕੇ ਜੇ ਮਦਦ ਤੁਹਾਡੇ ਪ੍ਰੋਗਰਾਮ ਰਾਹੀਂ ਕਰ ਸਕੀਏ, ਕਿਉਂਕਿ ਹਰ ਪ੍ਰੋਗਰਾਮ ਤੋਂ ਬਾਅਦ ਬੇਅੰਤ ਫੋਨ ਆਉਂਦੇ ਨੇ, ਬੇਅੰਤ ਮੈਸੇजेस ਆਉਂਦੇ ਨੇ ਕਿ ਅਸੀਂ ਕੀ ਕਰੀਏ। ਮੇਰਾ ਖਿਆਲ ਹੈ ਭਾਜੀ ਤੁਸੀਂ ਵੀ ਐਗਰੀ ਕਰੋਗੇ ਕਿ ਇਹ ਇੱਕ ਵੱਡਾ ਸਵਾਲ ਹੈ, ਤੇ ਜੇ ਆਪਾਂ ਪ੍ਰੋਗਰਾਮ ਰਾਹੀਂ ਸਿਰਫ ਇੱਕ ਹਾਲਾਤ ਹੀ ਨਾ ਦਿਖਾਈਏ, ਅਸੀਂ ਇਹਨੂੰ ਠੀਕ ਕਰਨ ਦੇ ਢੰਗ ਵੀ ਅਜ਼ਮਾਈਏ, ਤਾਂ ਮੇਰਾ ਖਿਆਲ ਹੈ ਇਸ ਪ੍ਰੋਗਰਾਮ ਨੂੰ ਸਫਲ ਕਰ ਸਕਾਂਗੇ। ਕੀ ਵਿਚਾਰ ਹੈ ਤੁਹਾਡਾ? ਨਹੀਂ ਜੀ, ਬਿਲਕੁਲ ਠੀਕ ਹੈ। ਜਿਹੜੀ ਜਾਣਕਾਰੀ ਤੁਸੀਂ ਅੱਜ ਦਿੱਤੀ ਡਾਕਟਰ ਸਾਹਿਬ, ਵਾਕਿਆ ਹੀ ਰੌਂਗਟੇ ਖੜੇ ਕਰਨ ਵਾਲੀ ਹੈ ਜੀ। ਇਹ ਜੋ ਕੁਝ ਵੀ ਸਮਾਜ ਦੇ ਵਿੱਚ ਵਾਪਰ ਰਿਹਾ, ਦੇਖੋ ਕਿਤੇ ਨਾ ਕਿਤੇ ਆਪਾਂ ਲੂਪ ਹੋਲ ਛੱਡੇ ਨੇ, ਤਾਂ ਹੀ ਉਹਨਾਂ ਚੀਜ਼ਾਂ ਨੂੰ ਕੋਈ ਨਾ ਕੋਈ ਅੱਗੇ ਵਰਤ ਕੇ ਤੇ ਆਪਣੀ ਇਹੋ ਜਿਹੀ ਜਿਹੜੀ ਦੁਕਾਨ ਹੈ ਉਹ ਚਲਾਉਂਦਾ। ਪਰ ਮੈਂ ਡਾਕਟਰ ਸਾਹਿਬ ਇੱਕ ਚੀਜ਼ ਤੁਹਾਡੇ ਕੋਲੋਂ ਜ਼ਰੂਰ ਜਾਣਨੀ ਚਾਹੁੰਦਾ ਹੈ, ਜਿਹੜੀ ਵੀ ਰਿਪੋਰਟ ਦੇ ਆਧਾਰ ਦੇ ਉੱਪਰ ਤੁਸੀਂ ਇਹ ਸਾਰੀ ਡਿਟੇਲ ਦੇ ਵਿੱਚ ਸਾਰੀ ਤਸਵੀਰ ਪੇਸ਼ ਕੀਤੀ ਕਿ ਵੀ ਇੱਕ ਥਾਂ ਤੋਂ ਸ਼ੁਰੂ ਹੋ ਕੇ ਕਹਾਣੀ ਕਿੱਥੋਂ ਤੱਕ ਜਾਂਦੀ ਹੈ, ਇਹਦੇ 'ਚ ਆਪਾਂ ਫਿਰ ਜਿਹੜੀ ਇੱਕ ਚੀਜ਼ ਹੋਰ, ਕਿਉਂਕਿ ਕੁੱਲ ਮਿਲਾ ਕੇ ਤਾਂ ਬੱਚੇ ਚੁੱਕਣ ਨਾਲ ਮਤਲਬ ਆ ਨਾ ਕਿ ਬੱਚੇ ਜਿਹੜੇ ਨੇ ਉਹ ਛੋਟੀ ਉਮਰ ਦੇ ਚੁੱਕ ਲੈ ਜਾਂਦੇ ਨੇ, ਉਸ ਤੋਂ ਬਾਅਦ ਇੱਧਰ ਲੈ ਲਿਆ ਜਾਂਦਾ। ਇਹ ਕਿਤੇ ਨਾ ਕਿਤੇ ਇਸ ਚੀਜ਼ ਨਾਲ ਵੀ ਲਿੰਕ ਜਾ ਕੇ ਜੁੜਦਾ ਹੈ ਕਿ ਜੀ ਵੀ ਇਹ ਜਿਹੜੇ ਬੱਚੇ ਨੇ, ਉਹਨਾਂ ਨੂੰ ਜਿਹੜੇ ਮਾਪਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਕੋਲ ਵੀ ਵੇਚਿਆ ਵੂਚਿਆ ਜਾਂਦਾ ਹੋਵੇ, ਕੁਝ ਇਹੋ ਜਿਹਾ ਤਾਰ ਵੀ ਜੁੜਦੀ ਹੈ ਜੀ ਇਸ ਸਟੱਡੀ 'ਚੋਂ? ਬਿਲਕੁਲ ਹੈ ਜੀ। ਦੇਖੋ, ਕਿਉਂਕਿ ਬਹੁਤੇ ਜੋ ਬੱਚੇ ਚੁੱਕੇ ਗਏ, ਜਿਹੜੇ ਲੱਭੇ ਗਏ ਨੇ, ਉਹਨਾਂ ਦੇ ਵਿੱਚੋਂ ਜਿੰਨੇ ਕੁ ਜੋ ਸਾਹਮਣੇ ਆਏ ਨੇ ਤੱਥ, ਉਹ ਨੇ ਜ਼ਿਆਦਾ ਅੱਤ ਦੇ ਗਰੀਬ ਜਾਂ ਬੇਲੋੜੀਆਂ ਧੀਆਂ, ਜਿਨ੍ਹਾਂ ਦੇ ਵਿਚਾਰ ਹੋ ਗਈਆਂ ਪੰਜਵੀਂ ਸੁੱਟ ਦਿਓ ਜੀ, ਉਹ ਬੱਚੀਆਂ ਬਹੁਤ ਜ਼ਿਆਦਾ ਸਨ। ਫਿਰ ਉਹ ਬੱਚੇ ਜਿਹੜੇ ਕਈ ਮਾਪੇ ਹੀ ਕਿ ਸਾਡੇ ਸਿਰਫ ਗਿਣਤੀ ਵੱਧ ਜਾਏ ਤੇ ਉਹਨੇ ਕਮਾਊ ਹੱਥ ਹੋ ਜਾਣਗੇ, ਇਹ ਫੈਕਟ ਜਿਹੜੇ ਮੈਂ ਆਪ ਐਜ਼ ਚਾਈਲਡ ਸਪੈਸ਼ਲਿਸਟ ਦੱਸ ਰਹੀ ਹਾਂ ਕਿ ਜਦੋਂ ਕਹੀਦਾ ਵੀ ਭਾਈ 11 ਬੱਚੇ ਅੱਜ ਦੇ ਦਿਨ ਕੌਣ ਕਰਦਾ, ਤਾਂ ਉਹ ਕਹਿੰਦੇ ਨੇ ਕਿ ਸਾਡੇ ਲਈ ਇਹ ਕਮਾਈ ਦੇ ਕਰਨ ਵਾਲੇ ਹੱਥ ਨੇ, ਨਿੱਕੇ ਹੁੰਦੇ ਹੀ ਲਾ ਦਿਆਂਗੇ ਤਾਂ ਸਾਡਾ ਸਗੋਂ ਸੁਖਾਲਾ ਹੋ ਜਾਏਗਾ। ਇਹ ਸੋਚ ਮਾਪਿਆਂ ਦੀ ਉਸ ਥਾਂ ਤੇ। ਇਸ ਤੋਂ ਇਲਾਵਾ ਬਹੁਤ ਉਹ ਥਾਵਾਂ ਜਿੱਥੇ ਬੇਟੀਆਂ ਨੂੰ ਬਿਲਕੁਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ, ਤਾਂ ਇਹ ਬੱਚੇ ਕਈ ਵਾਰ ਘਰੋਂ ਡੋਮੈਸਟਿਕ ਵਾਇਲੈਂਸ ਦੇ ਅਧੀਨ ਭੱਜ ਜਾਂਦੇ ਨੇ, ਉਹ ਵੀ ਸ਼ਾਮਲ ਨੇ। ਫਿਰ ਇਹਨਾਂ ਵਿੱਚ ਜੋ ਇੰਟਰਨੈਸ਼ਨਲ ਹਿਊਮਨ ਰਾਈਟਸ ਨੇ ਦੱਸੇ ਨੇ, ਉਹਨਾਂ ਵਿੱਚ ਨੇ ਕਿ ਜਿਹੜੇ ਗਿਰੋਹ ਇਹ ਫੜਦੇ ਨੇ, ਉਹਨਾਂ 'ਚ ਚੰਗੇ ਘਰਾਂ ਦੀਆਂ ਧੀਆਂ ਵੀ ਕਈ ਵਾਰ ਚੁੱਕ ਲਈਆਂ ਜਾਂਦੀਆਂ ਨੇ। ਕਾਰਨ ਇਹ ਕਿ ਉਹਨਾਂ ਨੂੰ ਨਸ਼ੇ ਦੀ ਲੱਤ ਲੱਗੀ ਹੁੰਦੀ ਹੈ। ਸੋ ਉਹ ਜਿਹੜੇ ਗਰੁੱਪਸ ਵਿੱਚ ਬਾਹਰ ਨਿਕਲਦੀਆਂ ਨੇ ਕਿ ਲੇਟ ਨਾਈਟ ਪਾਰਟੀਜ਼ ਹੈ, ਤਾਂ ਉਹ ਸ਼ਿਕਾਰ ਬਣਾ ਲਈਆਂ ਜਾਂਦੀਆਂ ਨੇ ਉੱਥੋਂ ਕਿ ਇਹਨਾਂ ਨੂੰ ਚੁੱਕਿਆ ਜਾ ਸਕਦਾ। ਸੌਖਿਆਂ ਵੱਡੇ ਘਰਾਂ ਦੀਆਂ ਧੀਆਂ ਤੇ ਹੱਥ ਨਹੀਂ ਪਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਕਿ ਇਹ ਇਮੀਡੀਏਟਲੀ ਕਿਤੇ ਖਬਰਾਂ ਦੇ ਵਿੱਚ ਨਸ਼ਰ ਨਾ ਹੋ ਜਾਏ, ਸਾਡੇ ਪਿੱਛੇ ਵੱਡੀ ਪੱਧਰ ਤੇ ਕੋਈ ਪੁਲਿਸ ਵਗੈਰਾ ਨਾ ਪੈ ਜਾਏ। ਸੋ ਕੋਸ਼ਿਸ਼ ਹਮੇਸ਼ਾ ਗਰੀਬ ਘਰਾਂ ਦੀਆਂ, ਪਛੜੇ ਪਿੰਡਾਂ ਦੇ ਵਿੱਚ ਜਾਂ ਉਹ ਇਲਾਕਿਆਂ ਵਿੱਚ ਜਿੱਥੇ ਧੀਆਂ ਨੂੰ ਘਰਾਂ ਦੇ ਵਿੱਚ ਟੋਇਲਟਸ ਨਾ ਹੋਣ ਕਾਰਨ, ਇਹ ਵੀ ਇੱਕ ਵੱਡਾ ਦੇਖੋ ਸਾਹਮਣੇ ਆਇਆ ਸੀ ਕਿ ਜਿਹੜੀਆਂ ਨੂੰ ਘਰੋਂ ਬਾਹਰ ਜਾਣਾ ਪੈਂਦਾ, ਉਹ ਵੀ ਬਥੇਰੀਆਂ ਚੁੱਕੀਆਂ ਜਾਂਦੀਆਂ ਨੇ। ਜਿਹੜੀ ਚੀਨ ਦੀ ਮਿਨਿਸਟਰੀ ਆਫ ਸਿਵਲ ਅਫੇਅਰਸ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ 'ਚ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ 15 ਲੱਖ ਬੱਚੇ ਹਰ ਸਾਲ ਉੱਥੇ ਚੁੱਕੇ ਜਾਂਦੇ ਨੇ ਸਿਰਫ ਮੰਗਣ ਦੇ ਵਪਾਰ ਪਿੱਛੇ, ਤੇ ਉਹ ਚੀਨ ਤੋਂ ਬਾਹਰ ਵੀ ਹੋਰਨਾਂ ਥਾਵਾਂ ਤੇ ਮੰਗਣ ਲਈ ਲੈ ਕੇ ਜਾਏ ਜਾਂਦੇ ਨੇ।
ਇੰਜੀ ਵੱਡੀ ਗਿਣਤੀ 'ਚ ਭਾਰਤ ਤੋਂ ਜੋ ਲਿਜਾ ਕੇ ਜਾ ਰਹੇ ਨੇ, ਖਿਮਾ ਕਰਿਓ ਤੁਸੀਂ ਆਪ ਸ਼ਾਇਦ ਦੇਖ ਸਕੋ ਕਿਉਂਕਿ ਮੈਂ ਤਾਂ ਇਹ ਖਬਰਾਂ ਤੋਂ ਹੀ ਦੱਸ ਸਕਦੀ ਹਾਂ ਕਿ ਉਹਨਾਂ ਨੇ ਕਿਹਾ ਕਿ ਹੋਟੇਲਸ ਵਿੱਚ ਜਾਂ ਸਟੋਰਸ ਵਿੱਚ ਕੰਮ ਕਰਨ ਲਈ, ਜੋ ਕਿ ਹੁਣ ਪਿਛਲੇ 4 ਸਾਲਾਂ ਤੋਂ ਕਾਫੀ ਸਖਤੀ ਹੋਈ ਹੈ, ਪਰ ਉਸ ਤੋਂ ਪਹਿਲਾਂ ਇਹ ਬੱਚੇ ਅਮਰੀਕਾ ਕੈਨੇਡਾ ਵਿੱਚ ਵੀ ਇਹ ਹੋਟਲਾਂ 'ਚ ਰਾਤ ਨੂੰ ਇਹ ਜੋ ਧੋਣ ਧਵਾਣ ਦੇ ਚੱਕਰ ਵਿੱਚ ਜਾਂ ਕਿਚਨਸ ਦੇ ਵਿੱਚ ਪਹਿਲਾਂ ਵਰਤੇ ਜਾ ਰਹੇ ਸਨ। ਹੁਣ ਸਖਤੀ ਹੋਈ ਜਿਸ ਕਾਰਨ ਇਹ ਚਾਈਲਡ ਲੇਬਰ ਦੇ ਨਾਲ ਇਹ ਥੋੜਾ ਜਿਹਾ ਸਟ੍ਰਿਕਟ ਹੋਏ ਨੇ, ਜਿਸ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਪਾਸੇ ਜ਼ਰੂਰ ਲਾਇਆ ਜਾ ਰਿਹਾ। ਪਰ ਨਾਬਾਲਗ ਬੇਟੀਆਂ ਅੱਜ ਵੀ ਮਸਾਜ ਪਾਰਲਰਸ ਵਿੱਚ ਜਾਂ ਇਹ ਹੋਟੇਲਸ ਦੇ ਵਿੱਚ, ਰੈਸਟੋਰਾਂ ਦੇ ਵਿੱਚ, ਜਿੱਥੇ ਇਹ ਅਜੇ ਵੀ ਸਪਲਾਈ ਹੋ ਰਹੀਆਂ ਨੇ। ਮੌਜੂਦਾ ਸਟੇਟਮੈਂਟਸ ਨੇ ਜਿਹੜੀਆਂ ਮੈਂ ਤੁਹਾਨੂੰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨਸ ਦੀਆਂ ਵੀ ਦੱਸ ਰਹੀ ਹਾਂ ਤੇ ਯੂਨੀਸੈਫ ਵੱਲੋਂ ਵੀ ਜਾਰੀ ਅੰਕੜੇ, ਯੂਨਾਈਟਿਡ ਨੇਸ਼ਨਸ ਵੱਲੋਂ ਵੀ, ਇਹ ਸਾਰੇ ਦੇ ਸਾਰੇ ਅੰਕੜੇ ਜੋ ਮੌਜੂਦਾ ਹਾਲਾਤ ਦਰਸਾਉਂਦੇ ਨੇ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਇਹ ਸਪਸ਼ਟ ਕੀਤਾ ਜੇ। ਹੁਣ ਇਹਦੇ ਵਿੱਚ ਚਾਈਲਡ ਪੋਰਨੋਗ੍ਰਾਫੀ ਇਕੱਲੇ ਲਈ ਤੁਸੀਂ ਦੇਖੋ ਕਿ ਕਿਸ ਪੱਧਰ ਦੀ ਉਹਦੇ 'ਤੇ ਕੰਮ ਚੱਲ ਰਿਹਾ। ਜਿਵੇਂ ਮੈਂ ਦੱਸਿਆ ਸੀ ਚਾਈਲਡ ਸੈਕਸ ਟੂਰਿਜ਼ਮ ਵਾਸਤੇ, ਉਹਦੇ ਲਈ ਇਸ ਵੇਲੇ ਸਿਰਫ ਤੇ ਸਿਰਫ ਪੌਰਨ ਫਿਲਮਾਂ ਵਿੱਚ ਜੋ ਹੁਣ ਤੱਕ ਉਹਨਾਂ ਨੇ ਕਿਹਾ 18 ਲੱਖ ਬੱਚੇ ਆਲਰੇਡੀ ਵਰਕਿੰਗ ਨੇ ਤੇ ਨੈਕਸਟ ਈਅਰ ਤੱਕ ਉਹ ਕਹਿ ਰਹੇ ਨੇ ਕਿ ਹੋ ਸਕਦਾ 11.25 ਲੱਖ ਬੱਚੇ ਹੋਰ ਐਡ ਹੋ ਜਾਣ। ਇਹ ਉਹਨਾਂ ਦਾ ਖਦਸ਼ਾ ਹੈ ਕਿ ਇੰਨੇ ਤਾਂ ਆਲਰੇਡੀ ਵਰਕ ਕਰ ਚੁੱਕੇ ਨੇ। ਤੇ ਇਹਦਾ ਮਤਲਬ ਹੈ ਜਿਸ 'ਚ ਕਿ ਇਲੀਨੋਇਆ ਵੱਲੋਂ, ਜੋ ਕਿ ਮੈਂ ਰਿਮਾਰਕੇਬਲ ਕਹਿ ਸਕਦੀ ਹਾਂ, ਉਹਨਾਂ ਨੇ ਸਟੈਪ ਚੁੱਕਿਆ ਕਿ ਉੱਥੇ ਕ੍ਰੈਗਲਿਸਟ ਬਾਲ ਵੇਸਵਾਵਾਂ ਦੀ ਆਨਲਾਈਨ ਉਹਨਾਂ ਦੀ ਸਪਲਾਈ ਕੀਤੀ ਜਾਂਦੀ ਸੀ। ਇਹ ਉਹਨਾਂ ਨੇ ਕਮਾਲ ਕੀਤੀ ਹੈ ਪਿਛਲੇ ਸਾਲ ਕਿ ਉਹ ਮੁਲਕ ਦੇ ਲੋਕ ਖੜੇ ਹੋਏ ਕਿ ਅਸੀਂ ਇਸ 'ਤੇ ਸੰਪੂਰਨ ਰੋਕ ਲਾਉਣੀ ਹੈ। ਉਹ ਐਡੀ ਵੱਡੀ ਵੋਟਿੰਗ ਸੀ 80% ਦੇ ਕਰੀਬ, ਜਿਸ ਸਦਕਾ ਉਹਨਾਂ ਨੂੰ ਇਸ 'ਤੇ ਸੰਪੂਰਨ ਰੂਪ ਵਿੱਚ ਰੋਕ ਲਾਣੀ ਪਈ ਕਿ ਆਨਲਾਈਨ ਇਹ ਵੇਸਵਾਵਾਂ ਨਹੀਂ ਅਵੇਲੇਬਲ ਹੋਣਗੀਆਂ। ਸੋ ਪਹਿਲੀ ਚੀਜ਼ ਇਹ ਨਹੀਂ ਹੈ ਕਿ ਇਹੋ ਜਿਹੀਆਂ ਚੀਜ਼ਾਂ ਰੁਕ ਨਹੀਂ ਸਕਦੀਆਂ। ਜੇ ਇਲੀਨੋਇਆ ਵਿੱਚ ਹੋ ਸਕਦੀ ਹੈ ਤਾਂ ਅਸੀਂ ਭਾਰਤੀ ਘੱਟੋ ਘੱਟ ਇਸ ਚੀਜ਼ ਵਿੱਚ ਅਸੀਂ ਪਹਿਲ ਦਿਖਾ ਸਕਦੇ ਹਾਂ, ਬਜਾਏ ਕਿ ਪੂਰਾ ਅਸੀਂ ਕਹੀਏ ਕਿ ਜੇ ਧਰਤੀ ਗਿੱਲੀ ਹੈ ਤੇ ਕਲੀਨ ਵਿਛਾਉਣ ਨਾਲੋਂ ਮੇਰਾ ਖਿਆਲ ਬਿਹਤਰ ਹੈ ਆਪਾਂ ਪੈਰਾਂ ਥੱਲੇ ਜੁੱਤੀ ਪਾ ਲਈਏ। ਸੋ ਬਿਹਤਰ ਇਹੀ ਹੋਏਗਾ ਕਿ ਆਪਾਂ ਭਾਰਤੀ, ਜਿਵੇਂ ਹੁਣ ਇਸ ਵਾਰ ਆਕਸੀਜਨ ਦਾ ਲੰਗਰ ਹੋਇਆ ਜਾਂ ਅਸੀਂ ਹਮੇਸ਼ਾ ਹੀ ਕਿਤੇ ਵੀ ਲੋੜਵੰਦਾਂ ਲਈ ਪਹੁੰਚ ਕਰਦੇ ਹਾਂ, ਜੇ ਇੰਡੀਅਨਸ ਕਿਤੇ ਜਿੱਥੇ ਵੀ ਦੁਨੀਆ ਭਰ ਵਿੱਚ ਬੈਠੇ ਹੋਣ ਕਿਤੇ ਪਹਿਲ ਦੇ ਤੌਰ 'ਤੇ ਇਸ ਸਾਰੇ ਕਾਰੋਬਾਰ ਵਿੱਚ ਠੱਲ ਪਾਉਣ 'ਚ ਮਦਦ ਕਰ ਸਕਣ ਤਾਂ ਬਾ ਕਮਾਲ ਗੱਲ ਹੋਏਗੀ। ਜਿਨ੍ਹਾਂ ਵਿੱਚ ਬਹੁਤ ਸਿੰਪਲ ਜੀ ਗੱਲ ਹੈ। ਪਹਿਲੀ, ਚਾਈਲਡ ਪੋਰਨੋਗ੍ਰਾਫੀ ਲਈ ਇੱਕ ਕੰਪਲੀਟ ਨੋ ਤੇ ਅਸੀਂ ਆਵਾਜ਼ ਚੁੱਕ ਸਕਦੇ ਹਾਂ ਅੰਤਰਰਾਸ਼ਟਰੀ ਪੱਧਰ ਤੇ, ਜਿੱਥੇ ਹਾਲੇ ਤੱਕ ਇਲੀਨੋਇਆ ਵੱਲੋਂ UN ਦੇ ਵਿੱਚ ਰਿਪੋਰਟਡ ਜੇ ਕਿ ਸਿਰਫ ਇਲੀਨੋਇਆ ਵੱਲੋਂ ਆਵਾਜ਼ ਚੁੱਕੀ। ਮੇਰਾ ਖਿਆਲ ਹੈ ਭਾਜੀ ਤੁਸੀਂ ਜਿੱਥੇ ਬੈਠੇ ਹੋ ਉੱਥੋਂ ਦੀ ਜੇ ਕੁਝ ਸੁਹਿਰਦ ਲੋਕ ਵੀ ਇੱਕ ਅਜਿਹਾ change.org ਜਾਂ ਇੱਕ ਸਿਗਨੇਚਰ ਕੈਂਪੇਨ ਨਾਲ ਘੱਟੋ ਘੱਟ ਆਪਣੀ ਅਸੀਂ ਇਸ ਕਾਰੋਬਾਰ ਦੇ ਖਿਲਾਫ ਤਾਂ ਇੱਕ ਆਵਾਜ਼ ਚੁੱਕੀ ਹੋਵੇ ਤਾਂ ਬੜੀ ਵੱਡੀ ਗੱਲ ਹੋਏਗੀ। ਤੇ ਕੋਈ ਔਖਾ ਗੱਲ ਨਹੀਂ ਹੈ ਇਸ ਸਿਗਨੇਚਰ ਮੁਹਿੰਮ ਨਾਲ ਦੇਣਾ ਕਿ ਵੀ ਵਾਂਟ ਅ ਕੰਪਲੀਟ ਨੋ ਟੂ ਚਾਈਲਡ ਪੋਰਨੋਗ੍ਰਾਫੀ। ਬਹੁਤ ਬੇਟੀਆਂ ਅਸੀਂ ਬਚਾ ਸਕਾਂਗੇ ਸਿਰਫ ਆਵਾਜ਼ ਚੁੱਕਣ ਨਾਲ। ਦੂਸਰੀ ਜੋ ਬਹੁਤ ਇੰਪੋਰਟੈਂਟ ਗੱਲ ਹੈ ਅਵੇਅਰਨੈਸ ਦੀ, ਜੋ ਇਸ ਵੇਲੇ UN ਵੀ ਰੌਲਾ ਪਾ ਰਿਹਾ ਜੇ ਕਿ ਅਵੇਅਰਨੈਸ ਅਸੀਂ ਆਪਣੀਆਂ ਇਹਦੇ ਬਾਰੇ ਬੇਟੀਆਂ ਨੂੰ ਦੇਣੀ, ਛੋਟੇ ਬੇਟਿਆਂ ਨੂੰ ਦੇਣਾ ਬਹੁਤ ਜ਼ਰੂਰੀ ਹੈ। ਜਿੱਥੇ ਚੰਗੀ ਛੋਹ ਮਾੜੀ ਛੋਹ ਬਾਰੇ ਉਹਨਾਂ ਨੂੰ ਜਾਣਕਾਰੀ ਹੋਵੇ ਤੇ ਜਿੱਥੇ ਉਹਨਾਂ ਨੂੰ ਇਹੋ ਜਿਹੀਆਂ ਪਿਕਚਰਿਸਕ ਤਰੀਕੇ ਨਾਲ ਉਹਨਾਂ ਨੂੰ ਅਵੇਅਰਨੈਸ ਹੋਏ ਕਿ ਕਿਵੇਂ ਇਹੋ ਜਿਹੀ ਥਾਂ ਤੋਂ ਬਚਣਾ ਹੈ। ਉਹਨਾਂ ਨੂੰ ਸਰੀਰਕ ਪੱਖੋਂ ਤਗੜੇ ਕਰਨ ਲਈ ਜਿੱਥੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਜੂਡੋ ਕਰਾਟੇ ਸਿਖਾਉਣੇ ਬਹੁਤ ਜ਼ਰੂਰੀ ਨੇ, ਸਪੋਰਟਸ ਵੱਲ ਉਹਨਾਂ ਦਾ ਕੀਤਾ ਜਾਏ, ਛੋਟੇ ਬੱਚਿਆਂ ਦਾ ਜ਼ਿਆਦਾ ਧਿਆਨ ਤੇ ਅਵੇਅਰਨੈਸ ਅਬਾਊਟ ਡਰੱਗਸ ਬਹੁਤ ਜ਼ਰੂਰੀ ਹੈ ਕਿ ਇਹ ਬੇਟੀਆਂ ਸਾਡੀਆਂ ਜੋ ਇਸ ਪਾਸੇ ਨੂੰ ਤੱਕੀਆਂ ਜਾਂਦੀਆਂ ਉਹਨਾਂ ਨੂੰ ਪਤਾ ਹੋਵੇ ਕਿ ਜੇ ਕੋਈ 2 ਜਾਂ 3 ਜਾਂ 4 ਦਿਨ ਤੋਂ ਉਹਨਾਂ 'ਤੇ ਨਜ਼ਰ ਰੱਖ ਰਿਹਾ ਤਾਂ ਉਹ ਘਰ ਗੱਲ ਕਰ ਸਕਣ, ਸਕੂਲ ਵਿੱਚ ਗੱਲ ਕਰ ਸਕਣ। ਸੋ ਅਵੇਅਰਨੈਸ ਇੱਕ ਇਸ ਦੀ ਕੀ ਟੂ ਦੀ ਆਨਸਰ ਹੈ ਜ਼ਰੂਰੀ ਜੇ। ਜਿੱਥੇ ਦੁਨੀਆ ਭਰ ਵਿੱਚ ਇਹ ਕੰਮ ਬੜੀਆਂ ਥਾਵਾਂ 'ਤੇ ਸ਼ੁਰੂ ਵੀ ਹੋਇਆ ਚੰਗੀ ਛੋਹ ਮਾੜੀ ਛੋਹ ਬਾਰੇ ਦੱਸਣਾ, ਪਰ ਇਹ ਹਾਊ ਟੂ ਪ੍ਰੋਟੈਕਟ ਯੋਰਸੈਲਫ ਬਾਰੇ ਜ਼ਰੂਰ ਇਹਨਾਂ ਬੇਟੀਆਂ ਨੂੰ ਪਤਾ ਹੋਣਾ ਚਾਹੀਦਾ। ਫਿਰ ਇੱਕ ਵੋਲੰਟੀਅਰ ਵਰਕ ਜੋ ਸਾਡੇ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੇ ਕਿਹਾ ਸ਼ੁਰੂ ਕਰਨਾ
ਭਾਰਤ ਵਿੱਚ ਖਿਮਾ ਕਰਿਓ ਹੈ ਹੀ ਨਹੀਂ। ਜਿਹੜੇ 1-2 ਵਲੰਟੀਅਰਸ ਜਿਵੇਂ ਮੈਂ ਦੱਸਿਆ ਸੀ, ਮਮਤਾ ਵਰਗੇ ਜੋ ਸ਼ੁਰੂ ਹੁੰਦੇ ਨੇ ਕਰਨੇ, ਉਹਨਾਂ ਦੀ ਨਿਖੇਧੀ ਜੋ ਕਿ ਇਹ ਸਰਗਨਾ ਜਿਹੜੇ ਇਸ ਗਰੁੱਪਸ ਦੇ ਵਿੱਚ ਲੱਗੇ ਹੁੰਦੇ ਨੇ ਉਹੀ ਵੱਡੀ ਪੱਧਰ ਤੇ ਇਹਨਾਂ ਨੂੰ ਨਿਗੇਟ ਸ਼ੁਰੂ ਕਰ ਦਿੰਦੇ ਨੇ, ਤੇ ਚੰਗੇ ਲੋਕ ਆਪਣੀ ਚੁੱਪ ਤੋੜਦੇ ਹੀ ਨਹੀਂ। ਸੋ ਬਹੁਤ ਥੋੜੀ ਗਿਣਤੀ ਨੇ ਜਿਹੜੇ ਇਹਨਾਂ ਦੇ ਵਿਰੁੱਧ ਆਵਾਜ਼ ਚੁੱਕਦੇ ਨੇ, ਜੋ ਵਲੰਟੀਅਰਸ ਕੰਮ ਕਰਨ ਲਈ ਨਿਕਲਦੇ ਨੇ। ਪਰ ਜੇ ਚੰਗੇ ਲੋਕ ਜਿਵੇਂ ਮੈਂ ਦੱਸਿਆ ਚੁੱਪ ਤੋੜ ਦੇਣ ਤਾਂ ਬਹੁਤ ਵੱਡਾ ਸਾਡਾ ਗੁੱਟ ਹੋਏਗਾ ਜਿਹੜਾ ਇਸ ਚੀਜ਼ ਦੇ ਖਿਲਾਫ ਆਵਾਜ਼ ਤਾਂ ਚੁੱਕੇਗਾ। ਪਰ ਇਹ ਵਲੰਟੀਅਰਸ ਦਾ ਕੰਮ ਹੁੰਦਾ ਜੇ ਕਿ ਇਸ ਥਾਵਾਂ ਤੇ ਜਿਵੇਂ ਮਸਾਜ ਪਾਰਲਰਸ ਜਾਂ ਹੋਰ ਥਾਂ ਤੇ ਜਾ ਕੇ ਜਿੱਥੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਉਹਨਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਿਆ ਜਾਏ, ਖੁਰਾਕ ਦਾ, ਜਿਹੜੀਆਂ ਬਿਮਾਰੀਆਂ ਸਹੇੜ ਚੁੱਕੀਆਂ ਇਹ ਬੇਟੀਆਂ, ਇਹਨਾਂ ਦਾ ਸਾਰਾ ਇਲਾਜ ਹੋਵੇ, ਉਹ ਧਿਆਨ ਕਰਨ ਦੇ ਨਾਲ ਕਿਵੇਂ ਵਾਪਸ ਸਮਾਜ ਵਿੱਚ ਇਹਨਾਂ ਨੂੰ ਨੋਰਮਲ ਇਨਸਾਨ ਵਾਂਗ ਲਿਆਉਣਾ। ਸੋ ਇਹ ਬੜਾ ਵੱਡਾ ਕੰਮ ਜੇ, ਬੜਾ ਜ਼ਿੰਮੇਵਾਰੀ ਦਾ ਕੰਮ ਜੇ। ਨਾ ਸੋਚਿਓ ਕਿ ਨਹੀਂ ਹੋ ਸਕਦਾ। ਮੈਂ ਫਖਰ ਨਾਲ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਹੀ ਨੇ ਕੁਝ ਜੋ ਬੜੇ ਜ਼ੋਰ ਸ਼ੋਰ ਨਾਲ ਅਜਿਹੇ ਰੈੱਡ ਲਾਈਟ ਏਰੀਆਜ਼ ਵਿੱਚ ਵੀ ਜਿਨ੍ਹਾਂ ਨੇ ਵਰਕ ਕੀਤਾ, ਜਿਨ੍ਹਾਂ ਨਾਲ ਮੇਰੇ ਬਹੁਤ ਚੰਗੇ ਵੀਰ ਵੀ ਵਿੱਚ ਜੁੜੇ, ਤੇ ਉਹ ਗਰੁੱਪਸ ਨੇ ਜਿਨ੍ਹਾਂ ਨੇ ਇਹਨਾਂ ਦੇ ਹੱਕਾਂ ਲਈ ਵੀ ਆਵਾਜ਼ ਚੁੱਕੀ, ਇਹਨਾਂ ਨੂੰ ਬਤੌਰ ਇਨਸਾਨ ਹੋਣ ਦਾ ਦਰਜਾ ਦਵਾਇਆ। ਸੋ ਇਸੇ ਤਰ੍ਹਾਂ ਇਹਨਾਂ ਬੇਟੀਆਂ ਨੂੰ ਇਸ ਚਿੱਕੜ 'ਚੋਂ ਕੱਢਣ ਦੀ ਵੀ ਬਹੁਤ ਤਗੜੀ ਲੋੜ ਹੈ, ਜਿਨ੍ਹਾਂ ਲਈ ਵਲੰਟੀਅਰਸ ਜੇ ਸਾਡੇ ਨੌਜਵਾਨ ਇਸ ਵੇਲੇ ਮੁੰਡੇ ਕੁੜੀਆਂ ਜੋ ਕਹਿ ਰਹੇ ਨੇ ਕਿ ਸਾਨੂੰ ਕੰਮ ਨਹੀਂ ਲੱਭਦਾ, ਮੇਰਾ ਖਿਆਲ ਇਹ ਪੱਖ ਦਿਖਾਉਣ ਦਾ ਉਹਨਾਂ ਦਾ ਮਕਸਦ ਮੇਰਾ ਇਹੋ ਸੀ ਕਿ ਤੁਸੀਂ ਇਸ ਪਾਸੇ ਵਲੰਟੀਅਰ ਵਰਕ ਕਰ ਸਕਦੇ ਹੋ। ਤੇ ਨਾਲੋਂ ਨਾਲ ਜੋ ਈਵੈਂਟ ਹੋਲਡਿੰਗ ਬਾਰੇ UN ਨੇ ਬਹੁਤ ਜ਼ੋਰ ਪਾਇਆ ਕਿ ਜਿਸ ਇਲਾਕੇ ਵਿੱਚ, ਫੋਰ ਐਗਜ਼ਾਮਪਲ ਤੁਸੀਂ ਹੁਣ ਅਮਰੀਕਾ, ਕੈਨੇਡਾ, ਯੂਰਪ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਥੀਮ ਪ੍ਰੋਜੈਕਟਸ ਕੀ ਕਰਨਾ ਹੈ, ਕਿਉਂਕਿ ਇਸ ਬਾਰੇ ਅਵੇਅਰਨੈਸ ਨਹੀਂ ਹੈ। ਸੋ ਜੇ ਇਹੋ ਜਿਹੇ ਥੀਮ ਪ੍ਰੋਜੈਕਟਸ ਉਹਨਾਂ ਨੂੰ ਦਿੱਤੇ ਜਾਣ ਤੇ ਮੈਨੂੰ ਲੱਗਦਾ ਹੈ ਕਿ ਲੱਖਾਂ ਬੇਟੀਆਂ ਅਸੀਂ ਬਚਾ ਸਕਾਂਗੇ ਜਿਹੜੀਆਂ ਇਹਨਾਂ ਸਾਰੇ ਚਿੱਕੜ ਵਿੱਚ ਦਲਦਲ ਵਿੱਚ ਫਸੀਆਂ ਪਈਆਂ ਨੇ। ਸੋ ਇਹੋ ਜਿਹੇ ਈਵੈਂਟਸ ਹੋਲਡ ਕਰਨੇ ਬਹੁਤ ਜ਼ਰੂਰੀ ਨੇ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਪ੍ਰੋਗਰਾਮ ਅਜਿਹੀ ਚੀਜ਼ 'ਤੇ ਕੀਤਾ ਹੋਏ। ਮੈਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਨੂੰ ਸੈਲਿਊਟ ਕਰਦੀ ਹਾਂ ਜਿਨ੍ਹਾਂ ਨੇ ਜਿਗਰਾ ਵਿਖਾਇਆ ਇੰਨਾ ਔਖਾ ਤੇ ਇੰਨਾ ਦਰਦਨਾਕ ਵਿਸ਼ਾ ਲੈ ਕੇ ਆਉਣਾ। ਜਿਗਰਾ ਚਾਹੀਦਾ, ਸੱਚਮੁੱਚ ਸਲਾਮ ਹੈ ਤੁਹਾਨੂੰ, ਕਿਉਂਕਿ ਇਹਦੇ ਨਾਲ ਜੋ ਜੁੜੀਆਂ ਤਰੰਗਾਂ ਨੇ ਬਹੁਤ ਡੂੰਘੀਆਂ ਨੇ ਤੇ ਬਹੁਤ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਨਗੀਆਂ ਇਸ ਪੱਖ ਵੱਲ ਕੰਮ ਕਰਨ ਲਈ। ਜਿੱਥੋਂ ਤੱਕ ਸਰਵਾਈਵਰਸ ਜਿਹੜੀਆਂ ਬੇਟੀਆਂ ਨੇ ਇਸ ਵੇਲੇ ਉਹਨਾਂ ਨੂੰ ਕੋਈ ਨਹੀਂ ਰੱਖ ਰਿਹਾ, ਉਹ ਜਾਂ ਤਾਂ ਪਿੰਗਲਵਾੜਿਆਂ ਵਿੱਚ ਰੁਲ ਰਹੀਆਂ ਨੇ ਜਾਂ ਹਸਪੀਟਲਸ ਦੇ ਵਿੱਚ ਲਵਾਰਿਸ ਲਾਸ਼ਾਂ ਬਣ ਜਾਂਦੀਆਂ ਨੇ। ਸੋ ਇਹ ਜਿਹੜੀਆਂ ਉੱਥੋਂ ਬਚਾ ਕੇ ਲਿਆਈਆਂ ਨੇ, ਸਮਾਜ ਤਿਰਸਕਾਰ ਦੇ ਨਜ਼ਰ ਨਾਲ ਉਹਨਾਂ ਨੂੰ ਦੇਖਦਾ ਜੇ, ਉਹ ਬੇਟੀਆਂ ਨੇ। ਸੋ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕੋਈ ਸਪੋਰਟ ਇਸ ਵੇਲੇ ਨਹੀਂ ਹੈ। ਮੁੰਬਈ ਦੇ ਵਿੱਚ ਜ਼ਰੂਰ ਇੱਕ ਸੰਸਥਾ ਕੰਮ ਕਰ ਰਹੀ ਹੈ, ਕਰਾਈ ਸੰਸਥਾ ਨੇ ਵੀ ਬਹੁਤ ਸਾਰਾ ਇਹਦੇ ਵਾਸਤੇ ਕੰਮ ਕੀਤਾ ਹੈ, ਜਿਸ 'ਚ ਪੁਲਿਸ, CID, ਸੋਸ਼ਲ ਵੈਲਫੇਅਰ ਵਿਭਾਗਾਂ ਦੇ ਨਾਲ ਗੈਰ ਸਰਕਾਰੀ ਸੰਸਥਾਵਾਂ ਜੁੜੀਆਂ। ਪਰ ਖਿਮਾ ਕਰਿਓ ਉਹਦੇ ਵਿੱਚੋਂ ਵੀ ਕੁਝ ਪੁਲਿਸ ਦੇ ਅਫੀਸ਼ੀਅਲ ਸਨ ਜਿਨ੍ਹਾਂ ਨੇ ਇਹਨਾਂ ਦੀ ਫਿਰ ਦੁਰਵਰਤੋਂ ਕੀਤੀ। ਸੋ ਕੋਸ਼ਿਸ਼ ਕਰੀਏ ਇੱਕ ਇਹੋ ਜਿਹਾ ਯੂਥ ਆਰਗੇਨਾਈਜੇਸ਼ਨ ਸ਼ੁਰੂ ਕਰੀਏ ਜਿਹੜੇ ਸਰਵਾਈਵਰਸ ਦੀ ਮਦਦ ਲਈ ਇਹਨਾਂ ਦੇ ਇੱਕ ਸੈਪਰੇਟਿਸਟ, ਸਾਈਕੈਟਰਿਸਟ, ਸਾਈਕੋਲੋਜਿਸਟ, ਇੱਕ ਮੈਡੀਕਲ ਡਾਕਟਰ, ਇੱਕ ਕੋਈ ਐਡਵੋਕੇਟ ਹੋਵੇ, ਕੋਈ ਇੱਕ ਫਾਈਨੈਂਸ਼ੀਅਲ ਸਪੋਰਟ ਲਈ ਜਿਹੜਾ ਇਹਨਾਂ ਨੂੰ ਵਾਪਸ ਖੜਾ ਕਰ ਸਕੇ। ਪਰ ਘੱਟੋ ਘੱਟ ਮੌਤ ਤਾਂ ਇਹਨਾਂ ਦੀ ਅਸੀਂ ਇੱਜ਼ਤ ਵਾਲੀ ਦੇ ਸਕਦੇ ਹਾਂ ਜਿਹੜੀਆਂ ਆਖਰੀ ਸਟੇਜ 'ਤੇ ਪਹੁੰਚੀਆਂ ਹੋਈਆਂ, ਕੋਈ ਐਡਵਾਂਸਡ ਕੈਂਸਰਸ ਨਾਲ, ਕਿਉਂਕਿ ਲੋੜੋਂ ਵੱਧ ਈਸਟ੍ਰੋਜਨ, ਸਟੀਰੋਇਡ, ਰੱਬ ਜਾਣੇ ਕੀ ਕੁਛ ਇਹਨਾਂ ਨੂੰ ਦਿੱਤਾ ਜਾਂਦਾ ਜੇ, ਐਕਸੈਸਿਵ ਡਰੱਗਸ, ਐਲਕੋਹਲ, IV ਡਰੱਗਸ ਤੋਂ ਉਹ ਜਿਸ ਤਰੀਕੇ ਪੀੜਤ ਆਖਰੀ ਸਾਹਾਂ 'ਤੇ ਇਹੋ ਜਿਹੀਆਂ ਰੁਲ ਰਹੀਆਂ ਨੇ ਸੜਕਾਂ 'ਤੇ, ਉਹਨਾਂ ਨੂੰ ਘੱਟੋ ਘੱਟ ਅਸੀਂ ਇੱਜ਼ਤ ਵਾਲੀ ਮੌਤ ਦੇ ਸਕੀਏ। ਇਹੋ ਜਿਹਾ ਵੀ ਜ਼ਰੂਰ ਸਾਡੇ, ਹਾਲਾਂਕਿ ਹੌਸਪਿਸ ਕੇਅਰ ਸੈਂਟਰਸ ਹਨ ਸਾਡੇ ਕੋਲ, ਪਰ ਬਹੁਤ ਲਿਮਿਟਿਡ ਨੇ। ਮੈਂ ਅਰਜ਼ੋਈ ਕਰਦੀ ਹਾਂ ਜੇ ਕੋਈ ਤੁਸੀਂ ਆਪਣੇ ਪਿੰਡਾਂ ਵਿੱਚ, ਆਪਣੇ ਕਿਸੇ ਵੀ ਅਜਿਹੀ ਥਾਂ 'ਤੇ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਇੱਥੋਂ ਦੀਆਂ ਸਰਕਾਰਾਂ ਲਈ ਸ਼ਾਇਦ ਇਹ ਕੰਮ ਜ਼ਰੂਰੀ ਨਹੀਂ, ਪਰ ਜੇ ਘੱਟੋ ਘੱਟ 20 ਪਿੰਡਾਂ ਵਿੱਚ ਵੀ ਇੱਕ ਅਜਿਹਾ ਹੌਸਪਿਸ ਕੇਅਰ ਸੈਂਟਰ ਵਰਲਡ ਲੈਵਲ ਦਾ ਖੋਲ੍ਹ ਦਈਏ ਜਿੱਥੇ ਉਹਨਾਂ ਨੂੰ ਚੰਗੀ ਜੋ ਖੁਰਾਕ, ਚੰਗਾ ਆਲਾ ਦੁਆਲਾ, ਜਿੱਥੇ ਉਹਨਾਂ ਨੂੰ ਇੱਜ਼ਤ ਨਾਲ ਬੁਲਾਇਆ ਜਾ ਰਿਹਾ ਹੋਏ,
ਐਟਲੀਸਟ ਆਖਰੀ ਸਾਹ ਉਹ ਦਰਦ ਤੋਂ ਬਗੈਰ ਲੈ ਸਕਣ। ਉੱਥੇ ਇੱਕ ਵਧੀਆ ਕਿਸਮ ਦਾ ਜਿਵੇਂ PGI ਹੈ ਜਾਂ ਇਸ ਤਰ੍ਹਾਂ ਦੇ ਕਈ ਸੈਂਟਰਸ ਜਿੱਥੇ ਖੁੱਲ੍ਹੇ ਨੇ, ਪਰ ਉਹ ਸਾਡੇ ਹੈ ਹੀ ਇੱਕੋ, ਉਹ ਸੈਂਟਰਸ ਖੋਲ੍ਹਣ ਦੀ ਇਹਨਾਂ ਲਈ ਲੋੜ ਹੈ। ਫਿਰ ਮੈਂ ਦੁਬਾਰਾ ਜਿਵੇਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਅਰਜ਼ੋਈ ਕੀਤੀ ਜਾ ਰਹੀ ਹੈ, ਮੈਂ ਵੀ ਅਰਜ਼ੋਈ ਕਰਨਾ ਚਾਹੁੰਦੀ ਹਾਂ, ਰੱਬ ਦਾ ਵਾਸਤਾ ਜੇ ਮੰਗਣ ਵਾਲਿਆਂ ਨੂੰ ਕਿਸੇ ਵੀ ਹਾਲ ਵਿੱਚ ਇੱਕ ਬਿਲਕੁਲ ਡਾਲਰ ਤੱਕ ਵੀ ਨਹੀਂ ਦੇਣਾ, ਕਿਉਂਕਿ ਇਹ ਸੰਸਥਾ ਵੱਧਦੀ ਜਾ ਰਹੀ ਹੈ ਸਿਰਫ ਇਸ ਗੱਲੋਂ ਕਿ ਸਾਨੂੰ ਪੈਸੇ ਮਿਲਣੇ ਨੇ। ਪੈਸੇ ਕੱਢਣੇ ਬੰਦ ਕਰ ਦਿਓ, ਸਿਰਫ ਖੁਰਾਕ ਜਾਂ ਜੇ ਕੱਪੜਾ ਦੇਣਾ ਚਾਹੋ, ਇਸ ਤੋਂ ਵੱਧ ਨਹੀਂ। ਤੁਸੀਂ ਸੱਚ ਜਾਣਿਓ ਸਿਰਫ 1 ਸਾਲ ਦੇ ਅਹਿਦ ਨਾਲ ਅਸੀਂ ਘੱਟੋ ਘੱਟ 11.5 ਤੋਂ 18 ਲੱਖ ਬੱਚਾ ਚੁੱਕੇ ਜਾਣ ਤੋਂ ਬਚਾ ਲਵਾਂਗੇ, ਜੋ ਸਿਰਫ ਮੰਗਣ ਦੇ ਵਪਾਰ ਵਿੱਚ ਤੱਕਿਆ ਜਾ ਰਿਹਾ। ਤੇ ਜਿੱਥੋਂ ਤੱਕ ਹੋਰ ਗੱਲ ਕੀਤੀ ਜਾਂਦੀ ਇੱਕ ਫੰਡ ਰੇਜ਼ਿੰਗ ਦੀ, ਮੈਂ ਆਪਣੀ ਸੋਚ ਹੈ, ਮੈਂ ਇਸ ਦੇ ਤੱਕ ਵਿਰੋਧ ਹਾਂ ਕਿ ਫੰਡ ਰੇਜ਼ਿੰਗ ਅਜਿਹੇ ਚੀਜ਼ ਲਈ ਜਦੋਂ ਵੀ ਸ਼ੁਰੂ ਹੋਏਗੀ ਉਸ ਚੋਂ 80% ਦਾ ਜੋ ਕਹਿ ਲਓ ਮਾਲ ਹਜ਼ਮ ਹੋ ਜਾਂਦਾ ਜੇ, ਉੱਥੇ ਤੱਕ ਪਹੁੰਚਦਾ ਹੀ ਨਹੀਂ। ਇੱਕ ਵਾਰ ਨਹੀਂ ਅਨੇਕ ਵਾਰ ਚੀਜ਼ਾਂ ਮੈਂ ਆਪ ਵੀ ਪ੍ਰਤੱਖ ਦੇਖ ਚੁੱਕੀ ਹਾਂ। ਬੋਰੇ ਭਰ ਕੇ ਪੈਸੇ ਆਉਂਦੇ ਨੇ ਪਰ ਲੋੜਵੰਦਾਂ ਤੱਕ ਕਦੇ ਨਹੀਂ ਪਹੁੰਚੇ, ਭਾਵੇਂ ਉਹ ਧਰਮੀ ਫੌਜੀ ਹੋਣ ਤੋਂ ਲੈ ਕੇ ਭਾਵੇਂ ਇਲੈਕਸ਼ਨਸ ਤੱਕ, ਇਹ ਸਭ ਖੁਰਦ-ਪੁਰਦ ਹੁੰਦੇ ਨੇ। ਸੋ ਫੰਡ ਰੇਜ਼ਿੰਗ ਦਾ ਮਤਲਬ ਕੈਸ਼ ਕਿਤੇ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਕ ਤਾਂ ਹੌਸਪਿਸ ਕੇਅਰ ਦੀ ਇਹਨਾਂ ਨੂੰ ਲੋੜ ਹੈ, ਦੂਜਾ ਜਿਹੜੀਆਂ ਇਹ ਬਚਾ ਕੇ ਵਾਪਸ ਸਮਾਜ ਵਿੱਚ ਖੜੀਆਂ ਕਰਨੀਆਂ ਲਈ ਇਹਨਾਂ ਲਈ ਐਜੂਕੇਸ਼ਨ ਸੈਂਟਰ ਜ਼ਰੂਰੀ ਨੇ, ਅਜਿਹੇ ਸਕੂਲ ਜਿੱਥੇ ਇਹਨਾਂ ਪੜ੍ਹ ਲਿਖ ਕੇ ਅਗਾਂਹ ਵੱਧ ਸਕਣ ਤੇ ਜਿੱਥੇ ਕਿੱਤਾ ਮੁਹੱਈਆ ਕਰਨ ਯੋਗ ਇਹਨਾਂ ਲਈ ਕੁਝ ਸੈਂਟਰਸ ਹੋਣ। ਸੋ ਇਹਨਾਂ ਬੇਟੀਆਂ ਲਈ ਸਾਨੂੰ ਪੰਜਾਬ ਵਿੱਚ, ਅਸੀਂ ਪੰਜਾਬੀ ਜਿਹੜੇ ਕਿ ਕਰੋੜਾਂ ਦੇ ਵਿੱਚ ਦਾਨ ਦਿੰਦੇ ਹਾਂ, ਇਹ ਦਾਨ ਪੈਸੇ ਦੇ ਵਿੱਚ ਨਾ ਦੇਣਾ। ਜੇ ਇਸ ਤਰ੍ਹਾਂ ਦੇ ਸੈਂਟਰਸ ਅਸੀਂ ਖੋਲ੍ਹ ਸਕੀਏ ਜਿੱਥੇ ਲੋੜਵੰਦ ਧੀਆਂ ਲਈ ਸਪੈਸ਼ਲ ਸਕੂਲਸ ਅਤੇ ਸਪੈਸ਼ਲ ਹੌਸਪੀਟਲਸ, ਹੌਸਪਿਸ ਕੇਅਰ ਸੈਂਟਰਸ ਜੇ ਇਹ ਬਣਾ ਸਕੀਏ ਪੰਜਾਬ ਵਿੱਚ, 5 ਹੀ ਖੋਲ੍ਹ ਦਿਓ, ਬਹੁਤ ਵੱਡੀ ਗੱਲ ਹੋਏਗੀ, ਜਿਹਦੇ ਨਾਲ ਇਹ ਬੇਟੀਆਂ ਲੀਹਾਂ 'ਤੇ ਵਾਪਸ ਚੜ੍ਹ ਸਕਣਗੀਆਂ। ਇਹਨਾਂ ਵਿੱਚ ਬੇਟਿਆਂ ਦੀ ਖਾਸ ਤੌਰ 'ਤੇ ਜ਼ਿਕਰ ਕਰਾਂ ਜਿਹਦਾ ਸਮਾਜ ਜ਼ਿਕਰ ਹੀ ਨਹੀਂ ਕਰਦਾ, ਉਹਨਾਂ ਨੂੰ ਵੀ ਸ਼ਰਮ ਦੇ ਮਾਰੇ ਅੰਦਰ ਦਬਾ ਲਿਆ ਜਾਂਦਾ ਹੈ। ਇਹਨਾਂ ਬੇਟਿਆਂ ਵਿੱਚੋਂ ਸਾਡੇ ਕੋਲ 2 ਕੇਸ ਰਜਿੰਦਰਾ ਹਸਪੀਟਲ ਵੀ ਦਾਖਲ ਹੋਏ ਸਨ। ਗੱਲ ਪੁਰਾਣੀ ਜੇ 8 ਸਾਲ ਪੁਰਾਣੀ, ਜਿੱਥੇ ਉਹਨਾਂ ਦਾ ਹੀ ਸਕਾ DSP ਸੀ ਦਾਦਾ ਜੋ ਰਿਟਾਇਰਡ, ਜਿਸ ਨੇ ਉਹਨਾਂ ਨਾਲ ਕੁਕਰਮ ਆਪਣੇ ਛੋਟੇ ਪੋਤਿਆਂ ਨਾਲ ਹੀ ਦੋਨਾਂ ਨਾਲ ਕਰਦਾ ਰਿਹਾ ਤੇ ਉਹ ਜਿਸ ਤਰੀਕੇ ਬਲੀਡਿੰਗ ਦੇ ਨਾਲ ਆ ਕੇ ਦਾਖਲ ਹੋਏ, ਉਹਨਾਂ ਦੇ ਪੇਰੈਂਟਸ ਜ਼ਾਹਰ ਹੈ ਫਿਰ ਉਸ ਤੋਂ ਬਾਅਦ ਜੋ ਉਹਨਾਂ ਨੇ ਉਹਨੂੰ ਕੱਢਿਆ ਵੀ ਬਾਹਰ, ਖਬਰ ਵੀ ਉਦੋਂ ਤਾਂ ਛਪੀ, ਪਰ ਉਹ ਬੱਚੇ ਅੱਜ ਦੇ ਦਿਨ ਹੁਣ, ਕਿਉਂਕਿ 8 ਸਾਲ ਪੁਰਾਣੀ ਗੱਲ ਹੈ, 15-16 ਸਾਲ ਦੇ ਉਹ ਹੁਣ ਹੋ ਚੁੱਕੇ ਹੋਏ ਨੇ। ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹਾਂਗੀ ਬਤੌਰ ਉਹਨਾਂ ਦੀ ਆਇਡੈਂਟੀਟੀ ਨਾ ਡਿਸਕਲੋਜ਼ ਹੋਵੇ, ਪਰ ਉਹ ਇਸ ਵੇਲੇ ਮਾਨਸਿਕ ਰੋਗੀ ਨੇ, ਦਵਾਈਆਂ ਦੇ ਉੱਤੇ ਹੀ ਸਿਰਫ ਪਲ ਰਹੇ ਨੇ। ਆਪਾਂ ਸਮਝ ਸਕਦੇ ਹਾਂ ਕਿ ਇਹ ਮਾਨਸਿਕ ਰੋਗੀ ਜਿਨ੍ਹਾਂ 'ਤੇ ਸਟੱਡੀ ਹੋ ਚੁੱਕੀ ਹੈ ਕਿ ਇਹ ਬੇਟੇ ਜੋ ਕਿ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਏ ਹੋਣ, ਸੀਰੀਅਲ ਕਿਲਰਸ ਬਣ ਜਾਂਦੇ ਨੇ, ਐਕਸੈਸਿਵ ਐਂਗਰ ਅਟੈਕਸ ਹੁੰਦੇ ਨੇ ਜਿਨ੍ਹਾਂ ਰਾਹੀਂ ਦੂਸਰੇ ਦਾ ਕਤਲ ਕਰ ਦਿੰਦੇ ਨੇ, ਜਾਂ ਸੀਰੀਅਲ ਰੇਪਿਸਟਸ ਬਣ ਰਹੇ ਨੇ। ਜਿੰਨੇ ਵੀ ਇਸ ਵੇਲੇ ਸਾਡੇ ਸੀਰੀਅਲ ਰੇਪਿਸਟਸ ਫੜੇ ਜਾ ਚੁੱਕੇ ਨੇ, ਤੁਸੀਂ ਹੈਰਾਨ ਹੋਗੇ, ਉਹਨਾਂ ਦੀ ਸਟੱਡੀ ਦੇ ਵਿੱਚ ਮੋਰ ਦੈਨ 90% ਉਹ ਸਨ ਜਿਨ੍ਹਾਂ ਦੇ ਆਪ ਸਰੀਰਕ ਸ਼ੋਸ਼ਣ ਹੋਇਆ ਸੀ। ਸੋ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ 'ਚੋਂ ਬਚ ਕੇ ਵੀ ਜਿਹੜੇ ਮੁੰਡੇ ਨਿਕਲਣਗੇ ਉਹ ਅੱਗੋਂ ਆਪ ਕਿਹੋ ਜਿਹੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਸੋ ਕਿੰਨਾ ਕੁ ਜ਼ਰੂਰੀ ਹੈ ਸਾਨੂੰ ਇਹ ਸਾਰੇ ਜਿਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ ਇਹਨੂੰ ਰੋਕਣ ਦੇ ਵਿੱਚ ਸਾਡਾ ਆਪਣਾ ਯੋਗਦਾਨ ਕਿੰਨਾ ਤਕੜਾ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਇਹ ਜਿਹੜਾ ਵੀ ਵਿਸ਼ਾ ਅੱਜ ਤੁਸੀਂ ਛੇੜਿਆ, ਮੈਂ ਉਹਦੇ ਵਿੱਚ ਬਹੁਤਾ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਉਹ ਗੱਲਾਂ ਸਾਰੀਆਂ ਦੱਸ ਰਹੇ ਸੀ, ਇੱਕ ਪੂਰੀ ਦੀ ਪੂਰੀ ਫਿਲਮ, ਇੱਕ ਤਸਵੀਰ ਜਿਹੜੀ ਆ ਉਹ ਅੱਖਾਂ ਅੱਗੋਂ ਦੀ ਲੰਘਦੀ ਹੈ। ਪਰ ਇੱਕ ਸਵਾਲ ਮੇਰੇ ਦਿਮਾਗ 'ਚ ਜ਼ਰੂਰ ਆਉਂਦਾ ਸੀ ਕਿ ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਨਾ, ਤਾਂ ਭਾਰਤ ਬੜਾ ਰਸਮਾਂ ਰਿਵਾਜ਼ਾਂ ਰਹੁ ਰੀਤਾਂ ਵਾਲਾ, ਬੜਾ ਸ਼ਰਮ ਵਾਲਾ ਦੇਸ਼ ਮੰਨਿਆ ਜਾਂਦਾ, ਪਰ ਅੰਦਰ ਖਾਤੇ ਤਾਂ ਚੱਲੀ ਇੱਥੇ ਵੀ ਸਾਰਾ ਕੁਝ ਜਾਂਦਾ। ਇਹਦਾ ਮਤਲਬ ਇਹ ਹੋ ਗਿਆ ਵੀ ਕਿਤੇ ਨਾ ਕਿਤੇ ਚੋਰ ਕੁੱਤੀ ਰਲੇ ਨੇ, ਦੈਟਸ ਵਾਈ ਸਾਰਾ ਕੁਝ ਇਸੇ ਤਰ੍ਹਾਂ ਹੋ ਰਿਹਾ ਵੀ ਕੋਈ ਗੱਲ ਨਹੀਂ, ਉੱਪਰੋਂ ਕਹਿ ਦਿਓ ਕਿ ਫਲਾਨੀ ਚੀਜ਼ ਦੀ ਪਾਬੰਦੀ ਹੈ ਤੇ ਅੰਦਰ ਖਾਤੇ ਸਾਰਾ ਕੁਝ ਚੱਲੇ ਇੱਦਾਂ। ਬਿਲਕੁਲ ਜੀ, ਜਦੋਂ ਇਹ ਵੀ ਜਿਹੜੇ ਪੀੜਤ ਲੋਕ ਇਹ ਸਪਸ਼ਟ ਕਰ ਦੇਣ, ਕਾਨੂੰਨ ਦੀ ਮੈਂ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੀ, ਕਾਨੂੰਨ ਦੇ ਵਿੱਚੋਂ ਕਿਸ ਤਰੀਕੇ ਸਾਡੇ ਕੋਲ ਚੂਲਾਂ ਕੱਢ ਕੇ ਤੇ ਅਸੀਂ ਬਰੀ ਹੋ ਜਾਂਦੇ ਹਾਂ, ਉਹ ਗੱਲਾਂ ਵੱਖਰੀਆਂ ਨੇ,
ਪਰ ਜਿਹੜੇ ਇਸ ਪਾਸੇ ਵੱਲ ਧੱਕੇ ਗਏ, ਜਿਨ੍ਹਾਂ ਨੇ ਸਾਰਾ ਕੁਝ ਸਹਿਆ, ਜਦੋਂ ਉਹਨਾਂ ਦੀਆਂ ਸਟੇਟਮੈਂਟਸ ਦੱਸਦੀਆਂ ਨੇ ਕਿ ਕਿਸੇ ਮੰਤਰੀ ਦਾ ਪੁੱਤਰ ਇਹੋ ਜਿਹੇ ਦੇਹ ਵਪਾਰ ਦੇ ਵਿੱਚ ਸਾਡੇ ਸ਼ਾਮਲ ਸੀ, ਜਿਸ ਨੇ ਸਾਡੇ ਉਹਦੇ ਨਾਲ ਰੂਬਰੂ ਵੀ ਅਸੀਂ ਹੋਏ, ਤੇ ਕਿਸ ਤਰੀਕੇ ਉਹਨੇ ਸਾਨੂੰ ਡਰਾਇਆ, ਧਮਕਾਇਆ, ਪਿਓ ਦਾ ਡਰ ਵੀ ਦਿਖਾਇਆ, ਕਿਵੇਂ ਪੁਲਿਸ ਵਾਲੇ ਵੀ ਉੱਥੇ ਆਉਂਦੇ ਸਨ, ਇਹੋ ਜਿਹਾ ਜਦੋਂ ਸਾਨੂੰ ਦਿਸਦਿਆ ਇਹ ਰਲਿਆ ਮਿਲਿਆ, ਤੇ ਕਿਵੇਂ ਉਹਨਾਂ ਨੂੰ ਅੱਖਾਂ ਕੱਢਣ ਦੀ ਧਮਕੀ ਵੀ ਦਿੱਤੀ ਜਾਂਦੀ ਸੀ, ਕਿਸ ਤਰੀਕੇ ਯਾਨੀ ਇਹ ਸਾਰੀਆਂ ਜੋ ਸਟੇਟਮੈਂਟਸ ਉਹਨਾਂ ਵੱਲੋਂ ਦਿੱਤੀਆਂ ਗਈਆਂ, ਜਿਹੜੀਆਂ ਬੇਟੀਆਂ ਧੱਕੀਆਂ ਗਈਆਂ ਸੀ ਦੇਹ ਵਪਾਰ ਵੱਲ, ਤੇ ਉਸ ਤੋਂ ਬਾਅਦ ਕੇਸ ਤੁਰਦੇ ਨੇ, ਫਿਰ ਕਿਵੇਂ ਰਫਾ ਦਫਾ ਹੁੰਦੇ ਨੇ, ਇਹ ਤਾਂ ਸਭ ਜਾਣਦੇ ਨੇ। ਇਹਦੇ ਬਾਰੇ ਮੇਰਾ ਖਿਆਲ ਮੈਨੂੰ ਕਹਿਣ ਦੀ ਕੋਈ ਬਹੁਤੀ ਲੋੜ ਨਹੀਂ, ਪਰ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਤਾਰਾਂ ਉੱਪਰ ਤੱਕ ਜੁੜੀਆਂ ਨੇ। ਸਾਡੇ ਕੋਲ ਹਰਿਆਣਾ ਦਾ ਜੋ ਸਹਾਰਾ ਘਰ ਦੇ ਵਿੱਚੋਂ ਜੋ ਗੰਦਗੀ ਬਾਹਰ ਉਸ ਦਲਦਲ ਚੋਂ ਨਿਕਲੀ ਸੀ, ਜੋ ਛਿੱਟੇ ਚੁਫੇਰੇ ਸਾਰੇ ਸਮਾਜ ਤੇ ਪਏ, ਉਸ 'ਚ ਸਪਸ਼ਟ ਸੀ। ਬਹੁਤ ਹਾਈ ਲੈਵਲ ਦੇ ਜੱਜਿਸ ਇਨਵੋਲਵਡ ਸਨ, ਐਡਵੋਕੇਟ ਸਨ, ਜਿੱਥੇ DIG ਤੱਕ ਦੇ ਲੈਵਲ ਦੇ ਪੁਲਿਸ ਆਫਿਸਰਸ ਸਾਰੇ ਉੱਥੇ ਸ਼ਾਮਲ ਸਨ, ਜਿੱਥੇ ਬਹੁਤ ਹਾਈ ਲੈਵਲ ਦੇ ਡਾਕਟਰਸ ਤੱਕ ਇਨਕਲੂਡਡ ਸਨ, ਜਿੱਥੇ ਉਹਨਾਂ ਨੇ ਆਪ ਮੰਨਿਆ ਕਿ ਮਿਨਿਸਟਰਸ ਤੱਕ ਆ ਰਹੇ ਸਨ, ਜਿੱਥੇ ਮਿਨਿਸਟਰਾਂ ਦੇ ਉਹ ਦੋਸਤ ਜੋ ਕਿ ਬਾਹਰੋਂ ਆਏ ਹੋਏ ਸਨ ਉਹ ਵੀ ਉੱਥੇ ਪਹੁੰਚਦੇ ਸਨ। ਯਾਨੀ ਹੱਦ ਹੀ ਹੋ ਗਈ ਸਾਡੀ ਮਾਨਸਿਕਤਾ ਦੀ, ਜਿੱਥੇ ਕਿਸੇ ਵੀ ਲੈਵਲ ਦਾ ਕੋਈ ਬੰਦਾ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਦੁੱਧ ਦਾ ਤੋਤਾ, ਭਾਵੇਂ ਉਹ ਮੰਤਰੀ ਹੈ ਜਾਂ ਮੰਤਰੀ ਦਾ ਬਾਹਰਲੇ ਮੁਲਕ ਤੋਂ ਆਇਆ ਕੋਈ ਸਫੀਰ ਵੀ ਹੈ। ਹੱਦ ਹੀ ਹੋ ਗਈ ਕਿ ਉਹ ਵੀ ਭੋਗਣ ਨੂੰ ਤਿਆਰ ਹੈ ਕਿ ਮੈਂ 61 ਵਰਿਆਂ ਦੀ ਬਾਲੜੀ ਦਾ ਸਰੀਰ ਨੋਚਣਾ। ਲਾਨਤ ਇਹੋ ਜਿਹੇ ਸਮਾਜ ਤੇ। ਬਿਲਕੁਲ ਸਹੀ। ਡਾਕਟਰ ਸਾਹਿਬ, ਤੁਸੀਂ ਇਹ ਬੜਾ ਸੰਜੀਦਾ ਵਿਸ਼ਾ ਜਿਹੜਾ ਜੀ ਅੱਜ ਸਾਡੇ ਧਿਆਨ 'ਚ ਲਿਆਂਦਾ ਤੇ ਇੰਨੀ ਡਿਟੇਲ 'ਚ ਸਾਰਾ ਕੁਝ ਸਮਝਾਇਆ, ਤੁਹਾਡਾ ਬੜਾ ਧੰਨਵਾਦ ਜੀ। ਜੀ ਬਹੁਤ ਸ਼ੁਕਰੀਆ। ਮੈਂ ਪਰ ਇੱਕ ਆਖਰੀ ਜਾਂਦੇ ਜਾਂਦੇ ਸਿਰਫ ਇੱਕੋ ਹੀ ਗੱਲ ਦੱਸ ਦਿਆਂ ਕਿ ਬਹੁਤ ਸਾਰੇ ਜੋ ਤੁਹਾਨੂੰ ਬੱਚੇ ਅਪੰਗ ਦਿਸਣਗੇ, ਰਤਿਕ ਜੇ ਸਮਾਂ ਲੱਗੇ ਪੁੱਛ ਲਿਓ, ਇਹ ਅਪੰਗ ਬਣਾਏ ਜਾਂਦੇ ਨੇ, ਅੰਨੇ ਕੀਤੇ ਜਾਂਦੇ ਨੇ। ਇੱਕ ਵਾਰ ਫਿਰ ਆਖਰੀ ਬੇਨਤੀ ਹੈ, ਪਲੀਜ਼ ਮੰਗਣ ਵਾਲਿਆਂ ਨੂੰ ਪੈਸੇ ਨਾ ਦਿਓ, ਇਹ ਬੱਚਿਆਂ ਦੀ ਅਸੀਂ ਜਾਨ ਬਚਾ ਸਕਾਂਗੇ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਸੋ ਇਹ ਸਨ ਜੀ ਡਾਕਟਰ ਹਰਸ਼ਿੰਦਰ ਕੌਰ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਗੱਲਾਂ 'ਚੋਂ ਤੁਸੀਂ ਮੇਰੇ ਖਿਆਲ ਨਾਲ ਬੜੇ ਚੰਗੇ ਢੰਗ ਨਾਲ ਸਮਝ ਗਏ ਹੋਣੇ ਆ ਕਿ ਨੈਕਸਸ ਚੱਲਦੇ ਕਿਵੇਂ ਨੇ। ਸੋ ਜਿੰਨੀ ਕੁ ਬੇਨਤੀ ਇਸ ਪਲੇਟਫਾਰਮ ਤੋਂ ਅਸੀਂ ਕਰ ਸਕਦੇ ਹਾਂ ਜ਼ਰੂਰ ਅਸੀਂ ਕੀਤੀ ਹੈ। ਬਾਕੀ ਤੁਸੀਂ ਆਪ ਇਹਦੇ 'ਤੇ ਕੀ ਐਕਸ਼ਨ ਲੈ ਸਕਦੇ ਜੋ, ਕੀ ਆਪਣਾ ਯੋਗਦਾਨ ਪਾ ਸਕਦੇ, ਜ਼ਰੂਰ ਪਾਉਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।